जियो। भगतां मन आनंद भया, हर नाम रहे लिवलाय। हर नाम रहे लिवलाए राम। गुरमुखे मन निर्मल हुआ, निर्मल हर गुण गाए राम। निर्मल गुण गाए नाम मन बसाई। हर की अमृत बाणी, जिन मन बसिया सई जानो निस्तरे। घट घट शब्द समानी, तेरे गुण गावहें सहज समावे। शब्दे मेल मिलाय, नानक सफलो जन्म तिन केरा। जे सतगुर हर मार्ग पाए, नानक सफलो जन्म तिसु केरा। जे सतगुर हर मार्ग पाए। शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे अंदर जुड़ मिल बैठे गुरु प्यारिओ, आप सारे ही अति सत्कारयोग धनता दे योग हो। वड्डे भाग ने साहिबा दी पावन बाणी सुनन दे लई सतगुरां दी किरपा सदका आपां हर रोज़ नेम दी तरह गुरु पातशाह दे चरणां विच जुड़दे हां। जो शब्द पिछे पढ़िया सी, धन गुरु अमरदास महाराज उन्हां वल्लों सूही राग दे विच उचारण कीता होया 770 नंबर अंग दे उपर सुशोभत एक एक बंद करके आपां सुनते आ रहे हैं। अज दूसरा बंद आपां आपस विच रल मिल के पढ़िया है। आओ गुरु बख्शिश करे इसे ही पावन बंद दी शब्द दी विचार आपां करन दा यतन करिए। ज्यों बुलावहें त्यों बोलां स्वामी, कुदरत कवन हमारी। मनुख दी की अपनी ताकत है, जिमें वो वाहिगुरु चाहुंदा है उहनूं चंगा लगदा है, वो उवें उवें बुला लैंदा है। सो इस करके गुरु पातशाह जी की पावन बाणी की विचार आरंभ करन तो पहलां आपस विच गुरफतेह की सांझ पाईए। सब ने बोलना जी आखिओ वाहिगुरू जी का खालसा वाहिगुरू जी की फतेह। सतगुरु पातशाह जी अज दे पावन शब्द विच बड़े ही सोहणे ढंग दे नाल अपनी विचारधारा
ਰਾਹੀਂ ਸਾਨੂੰ ਆਨੰਦ ਦੀ ਵਿਧੀ ਸਮਝਾਉਂਦੇ ਆ। ਵਿਚਾਰਧਾਰਾ ਗੁਰੂ ਦੀ ਗੱਲ ਉਸ ਵਿਚਾਰ ਦੇ ਵਿੱਚ ਆਨੰਦ ਦੀ ਕੀਤੀ ਆ। ਆਨੰਦ ਕੀ ਹੈ? ਆਪਣੇ ਅੰਦਰ ਦਾ ਸਕੂਨ, ਸ਼ਾਂਤੀ, ਅੰਦਰ ਦਾ ਟਿਕਾ, ਅੰਦਰ ਦਾ ਸਹਿਜ। ਚਲੋ ਇੱਥੇ ਗੁਰੂ ਨੇ ਗੱਲ ਕੀਤੀ ਆ ਆਨੰਦ, ਆਪਾਂ ਉਹਨੂੰ ਸ਼ਾਂਤੀ ਵੀ ਕਹਿ ਦਿੰਦੇ ਆ, ਸਕੂਨ ਵੀ ਕਹਿ ਦਿੰਦੇ ਆ, ਟਿਕਾ ਵੀ ਕਹਿ ਦਿੰਦੇ ਆ, ਅੰਦਰ ਦੀ ਸਹਿਜ ਦੀ ਅਵਸਥਾ ਵੀ ਕਹਿ ਦਿੰਦੇ ਆ। ਹੁਣ ਪਿਆਰ ਵਾਲਿਓ, ਇਸ ਗੱਲ ਨੂੰ ਥੋੜ੍ਹਾ ਜਿਹਾ ਆਪਾਂ ਵਿਚਾਰੋ ਆਪਸ ਵਿੱਚ। ਦੁਨੀਆ ਦੇ ਕਿਸੇ ਕੋਨੇ ਦੇ ਵਿੱਚੋਂ ਆਨੰਦ ਨਹੀਂ ਮਿਲਦਾ, ਇਹ ਸੱਚ ਕਰਕੇ ਜਾਣਿਓ। ਇਹ ਗੱਲ ਕਹਿਣੀ ਇੱਥੇ ਅਤ ਕਥਨੀ ਨਹੀਂ ਹੈ ਵੀ ਜੋ ਗੱਲ ਕਹਿਤੀ ਵੀ ਗਲਤ ਆ, ਨਹੀਂ। ਇਸ ਗੱਲ ਨੂੰ ਪੂਰੇ ਧਿਆਨ ਦੇ ਨਾਲ ਸੋਚੋ। ਦੁਨੀਆ ਦੇ ਵਿੱਚੋਂ ਕਿਤੇ ਸ਼ਾਂਤੀ ਮਿਲਦੀ ਆ, ਕਿਤੇ ਮੁੱਲ ਮਿਲਦੀ ਹੋਵੇ, ਸਰਕਾਰੀ ਖਜ਼ਾਨੇ 'ਚੋਂ ਮਿਲਦੀ ਹੋਵੇ, ਜਾਂ ਕਿਸੇ ਸੰਤਾਂ ਮਹੰਤਾਂ ਬਾਬਿਆਂ ਦੇ ਡੇਰਿਆਂ ਵਿੱਚੋਂ ਸ਼ਾਂਤੀ ਮਿਲਦੀ ਹੋਵੇ, ਸਹਿਜ ਮਿਲਦਾ ਹੋਵੇ? ਨਾ। ਸਹਿਜ ਦਾ, ਸ਼ਾਂਤੀ ਦਾ, ਆਨੰਦ ਦਾ, ਸਕੂਨ ਦਾ ਢੰਡੋਰਾ ਬਹੁਤ ਪਿੱਟਿਆ ਜਾਂਦਾ, ਬੜੇ ਢੋਲ ਵਜਾਏ ਜਾਂਦੇ ਨੇ, ਪਰ ਮਿਲਦੀ ਨਹੀਂ ਹੈ। ਇਹੋ ਜਿਹੀ ਕਹੇ ਜਿਹੀ ਚੀਜ਼ ਜਿਹੜੀ ਮਿਲਦੀ ਨਹੀਂ ਹੈ, ਇਹ ਫਿਰ ਗੁਰੂ ਦੱਸਦਾ, ਕਹਿੰਦਾ ਮਿਲਦੀ ਕਿਉਂ ਨਹੀਂ। ਇੱਕ ਤਾਂ ਆਪਾਂ ਗੁਰੂ ਕਿਰਪਾ ਕਰੇ ਇਹ ਦੇਖਾਂਗੇ ਵੀ ਸਾਨੂੰ ਮਿਲਦੀ ਕਿਉਂ ਨਹੀਂ, ਇਹਦਾ ਕਾਰਨ ਕੀ ਹੈ। ਨੰਬਰ 2, ਇਹ ਸ਼ਾਂਤੀ ਹੈ ਕਿੱਥੇ? ਕਿਉਂਕਿ ਜਿਹੜੀ ਚੀਜ਼ ਬਾਰੇ ਸਾਨੂੰ ਪਤਾ ਹੋਵੇ ਨਾ ਵੀ ਫਲਾਣੇ ਥਾਂ ਤੋਂ ਮਿਲਦੀ ਆ, ਬੰਦਾ ਪਹੁੰਚ ਕਰ ਲੈਂਦਾ, ਵਗ ਜਾਂਦਾ। ਉਹ ਦੂਰੋਂ ਨੇੜੋਂ ਜਾ ਕੇ ਲੈ ਆਉਂਦਾ ਵੀ ਆਹ ਚੀਜ਼ ਵਸਤੂ ਮੈਨੂੰ ਚਾਹੀਦੀ ਆ ਨਾ, ਤੇ ਇਹ ਵਸਤੂ ਮੈਂ ਭਾਈ ਦੂਰੋਂ ਨੇੜੋਂ ਲੱਭ ਲਵਾਂਗਾ। ਹੁਣ ਇਵੇਂ ਜਿਵੇਂ ਦੋ ਥਾਵਾਂ ਵੇਖਣੀਆਂ ਆਪਾਂ ਅੱਜ ਦੇ ਇਸ ਵਿਸ਼ੇ ਨਾਲ ਸੰਬੰਧਿਤ। ਇੱਕ ਤਾਂ ਇਹ ਸ਼ਾਂਤੀ ਕਿੱਥੇ ਆ, ਆਨੰਦ ਕਹਿ ਲਓ, ਸਹਿਜ ਕਿੱਥੇ ਜੇ ਆ। ਨੰਬਰ 2 ਤੇ ਜੇ ਸਾਨੂੰ ਪਤਾ ਲੱਗ ਗਿਆ ਵੀ ਫਲਾਨੀ ਥਾਂ ਤੇ ਆ, ਫਿਰ ਇਹ ਮਿਲੂ ਕਿਵੇਂ? ਇਹਨੂੰ ਲੱਭਣ ਦਾ ਤਰੀਕਾ, ਇਹਨੂੰ ਪਾਉਣ ਦਾ ਤਰੀਕਾ, ਇਹਨੂੰ ਸਮਝਣ ਦਾ ਤਰੀਕਾ ਕੀ ਹੈ? ਹੁਣ ਗੱਲ ਕਿੱਥੇ ਪਹੁੰਚ ਗਈ? ਸ਼ਾਂਤੀ ਮਨੁੱਖ ਦੇ ਅੰਦਰ ਹੈ। ਸ਼ਾਂਤੀ, ਆਨੰਦ, ਟਿਕਾ ਮਨੁੱਖ ਦੇ ਅੰਦਰ ਹੈ। ਕਮਾਲ ਦੀ ਗੱਲ ਆ ਵੀ ਜੇ ਸਾਡੇ ਅੰਦਰ ਹੈ ਫਿਰ ਸਾਨੂੰ ਉੱਥੇ ਹੁੰਦੀ ਕਿਉਂ ਨਹੀਂ? ਬਸ ਇਹੀ ਚੱਕਰ ਆ। ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਅੰਦਰ ਹੀ ਸ਼ਾਂਤੀ ਦਾ ਖਜ਼ਾਨਾ ਹੈ, ਪਰ ਲੱਭਦਾ ਨਹੀਂ। ਮੰਨ ਲਓ ਉਦਾਹਰਨ ਵੀ ਆਪਣੇ ਤੋਂ ਕੋਈ ਵਸਤੂ ਆ ਜਿਹੜੀ ਘਰ ਦੇ ਵਿੱਚ ਆਪਣੀ ਪ੍ਰਚਲਿਤ ਰੀਤ ਮੁਤਾਬਕ ਆਪਾਂ ਕਹਿੰਦੇ ਫਲਾਨੀ ਚੀਜ਼ ਮੈਥੋਂ ਗਵਾਚ ਗਈ, ਆਪਾਂ ਵੀ ਕਹਿ ਦਿੰਦੇ ਆਗੇ, ਪਰ ਦਰਅਸਲ ਉਹ ਚੀਜ਼ ਹੁੰਦੀ ਤਾਂ ਘਰ 'ਚ ਹੀ ਆ। ਜਿਹੜੀ ਚੀਜ਼ ਆਪਾਂ ਕਹਿੰਦੇ ਮੈਨੂੰ ਲੱਭ ਨਹੀਂ ਰਹੀ, ਚੀਜ਼ ਗਵਾਚ ਗਈ ਭਾਈ, ਹੈ ਘਰ ਦੇ ਵਿੱਚ ਹੀ, ਪਰ ਉਹ ਸਾਡੇ ਦਿਮਾਗ 'ਚੋਂ ਵਿਸਰ ਗਈ, ਸਾਡੇ ਧਿਆਨ 'ਚੋਂ ਨਿਕਲ ਗਈ। ਉਹ ਕਿੱਥੇ ਰੱਖੀ ਆ, ਕਿੱਥੇ ਨਹੀਂ ਰੱਖੀ। ਜਦੋਂ ਲੱਭ ਗਈ ਤੇ ਆਪਾਂ ਹੀ ਕਹਾਂਗੇ ਓਹੋ ਮੇਰੇ ਧਿਆਨ 'ਚੋਂ ਹੀ ਨਿਕਲ ਗਈ। ਉਹ ਤਾਂ ਮੇਰੇ ਧਿਆਨ 'ਚ ਆ ਰਹੀ ਸੀ, ਪਰ ਚੇਤੇ 'ਚੋਂ ਨਿਕਲ ਗਈ, ਵਿਸਰ ਗਈ। ਵਿਸਰਨਾ ਹੀ ਗਵਾਚਣਾ ਹੈ। ਜਦੋਂ ਸਾਡਾ ਧਿਆਨ ਕਿਸੇ ਚੀਜ਼ ਵਿੱਚੋਂ ਨਿਕਲ ਗਿਆ, ਵਿਸਰ ਗਿਆ, ਤੇ ਇਉਂ ਮੰਨ ਲਓ ਉਹ ਵਸਤੂ ਨੂੰ ਅਸੀਂ ਕਹਿੰਦੇ ਆ ਵੀ ਗਵਾਚ ਗਈ। ਹੁਣ ਜਿਹੜਾ ਆਨੰਦ ਆ, ਸਕੂਨ ਆ, ਇਹ ਸਾਡੀ ਦੁਨੀਆ ਕਹਿੰਦੀ ਹੈ ਵੀ ਗਵਾਚ ਗਿਆ, ਇਹ ਤਾਂ ਹੈ ਹੀ ਨਹੀਂ, ਨੇੜੇ ਤੇੜੇ ਖੰਭ ਲਾ ਕੇ ਉੱਡ ਗਿਆ। ਤਾਂ ਨਹੀਂ ਗਿਆ, ਉਹ ਕਿਤੇ ਨਹੀਂ ਹੈ, ਹੈ ਅੰਦਰ ਹੀ, ਪਰ ਉਹ ਧਿਆਨ ਨਹੀਂ ਰਿਹਾ। ਉਹਦੇ ਨਾ ਧਿਆਉਣ ਦਾ ਕਾਰਨ ਸਾਡਾ ਜਿਹੜਾ ਧਿਆਨ ਆ ਉਹ ਖਿੰਡ ਗਿਆ ਭਾਈ, ਖਿਲਰ ਗਿਆ। ਜਿਹੜਾ ਧਿਆਨ ਆ ਨਾ ਉਹ ਸਾਡਾ ਖਿਲਰ ਗਿਆ। ਕਿੰਨਾ ਕੁ ਖਿਲਰ ਗਿਆ, ਬਸ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਗੁਰੂ ਨੇ ਤਾਂ ਇਹ ਗੱਲ, ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾ, ਚਲੋ ਹਰ ਇੱਕ ਦਾ ਆਪੋ ਆਪਣਾ ਵਿਸ਼ਾ ਹੁੰਦਾ। ਕਿਸੇ ਦਾ ਕੀਰਤਨ ਵਾਲਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਕਿਸੇ ਦਾ ਵਿਹਲੇਪਣ ਦੇ ਵਿੱਚ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਗੁਜ਼ਰ ਜਾਂਦਾ, ਕਿਸੇ ਦਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਮੰਨ ਲਓ ਨਸ਼ਿਆਂ 'ਚ ਗੁਜ਼ਰ ਜਾਂਦੇ ਨੇ, ਕਿਸੇ ਦੇ ਤਾਸ ਆਦਿਕ ਜਿਹੜੀਆਂ ਗੇਮਾਂ ਨੇਗੀਆਂ ਸੱਥਾਂ ਵਿੱਚ ਚੱਲਦੀਆਂ, ਉਹਨਾਂ ਵਿੱਚ ਸਾਡਾ ਟਾਈਮ ਆ ਜਿਹੜਾ ਉਹ ਗੁਜ਼ਰ ਜਾਂਦਾ, ਬਰਬਾਦ ਹੋ ਜਾਂਦਾ।
ਹੁਣ ਮੰਨ ਲਓ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ ਇਹਦੇ ਨਾਲ ਹੋਰ ਆਪਾਂ ਨਾਲ ਐਡ ਕਰ ਲਓ, ਜੋੜ ਲਿਓ, ਕੁਛ ਵੀ ਮਰਜ਼ੀ ਅੱਗੇ। ਹੁਣ ਜਿਹੜੀਆਂ ਚੀਜ਼ਾਂ ਦਾ ਆਪਾਂ ਜ਼ਿਕਰ ਕੀਤਾ, ਮੰਨ ਲਓ ਵੀ ਜੇ ਉਹਨਾਂ ਦੇ ਵਿੱਚੋਂ ਬੰਦੇ ਦਾ ਧਿਆਨ ਪੁੱਟਿਆ ਜਾਵੇ, ਉਧਰੋਂ ਧਿਆਨ ਪੱਟਿਆ ਜਾਵੇ, ਕੱਢਿਆ ਜਾਵੇ, ਫਿਰ ਕੀ ਹੋਊਗਾ? ਫਿਰ ਉਹਨਾਂ ਨੂੰ ਕੁਛ ਨਾ ਕੁਛ ਚੇਤੇ ਆਊਗਾ, ਯਾਦ ਆਊ ਕੁਛ ਨਾ ਕੁਛ। ਬੰਦਿਆ ਤੂੰ ਕੁਛ ਕਰਨ ਆਇਆ ਸੀ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਹੁਣ ਮਾਤਾ ਪਿਤਾ ਨੇ ਭੇਜਿਆ ਸੀ ਬਾਜ਼ਾਰ ਵਿੱਚ ਜਾ ਕੇ ਵਸਤੂ ਖਰੀਦ ਲਿਆ, ਰਸਤੇ ਦੇ ਵਿੱਚ ਨਸ਼ਈ ਮਿਲ ਗਏ, ਉਹਨਾਂ ਦਾ ਸੰਗ ਮਿਲ ਗਿਆ, ਭੁੱਲ ਗਿਆ ਜੋ ਮਾਂ ਨੇ ਗੱਲ ਕਹੀ ਆ, ਜੋ ਪਤਨੀ ਨੇ ਗੱਲ ਕਹੀ ਆ ਨਾ, ਭੁੱਲ ਗਿਆ। ਗਲਤ ਬੰਦਿਆਂ ਦਾ ਸੰਗ ਮਿਲ ਗਿਆ, ਬਸ ਵਿਸਰ ਗਿਆ। ਬੱਚੇ ਵੀ ਵਿਸਰ ਗਏ, ਪਤਨੀ ਵੀ ਵਿਸਰ ਗਈ, ਮਾਂ ਵੀ ਵਿਸਰ ਗਈ, ਜੋ ਮਾਂ ਨੇ ਸਿਆਣੀਆਂ ਗੱਲਾਂ ਕਹੀਆਂ ਉਹ ਵੀ ਵਿਸਰ ਗਿਆ, ਮੂਲ ਨਾਲੋਂ ਟੁੱਟ ਗਿਆ ਆਪਣੇ ਨਾਲੋਂ। ਹੁਣ ਜਦੋਂ ਘਰ ਵਾਪਸ ਪਰਤਿਆ, ਖਾਲੀ ਹੱਥ ਪਰਤ ਆਇਆ। ਮਾਂ ਵੀ ਪੁੱਛਦੀ ਹੈ, ਪੁੱਤ ਨੂੰ ਭੇਜਿਆ ਤਾਂ ਫਲਾਨੇ ਕੰਮ ਸੀ, ਤੂੰ ਸਿਆਣਾ ਵੇਖ ਤੂੰ ਕਿੱਧਰ ਗਿਆ ਸੀ। ਅੱਗੋਂ ਮਾਂ ਦੇ ਨਾਲ ਸਹਿਮਤੀ ਪਤਨੀ ਨੇ ਵੀ ਦਿੱਤੀ, ਵੀ ਦੇਖੋ ਜੀ ਤੁਹਾਨੂੰ ਚੰਗੇ ਕੰਮ ਕਰਨ ਦੇ ਲਈ ਤੋਰਿਆ ਸੀ, ਤੁਸੀਂ ਕਿੱਥੇ ਗੇੜੇ ਕੱਢ ਕੇ ਮੁੜੇ, ਕਿੱਧਰ ਜਾ ਕੇ ਕੁਸੰਗੀਆਂ ਦੇ ਵਿੱਚ ਨਸ਼ੇ ਪੱਤੇ ਕਰਕੇ ਮੁੜੇ। ਕਾਰਨ ਕੀ ਬਣ ਗਿਆ? ਵੀ ਸਾਡੇ ਅੰਦਰ ਦੀ ਜਿਹੜੀ ਅਵਸਥਾ ਨਾ ਉਹ ਖਿਲਰ ਗਈ, ਉਹਦਾ ਧਿਆਨ ਟਿਕਾਉਣ ਦੀ ਜਿਹੜੀ ਸਾਧਨਾ ਸੀ ਨਾ, ਜਿਹੜਾ ਸਾਡਾ ਜਪ ਦਾ ਸਾਧਨ ਸੀ, ਜਿਹੜਾ ਸਾਡਾ ਵਾਹਿਗੁਰੂ ਦਾ ਸਿਮਰਨ ਸੀ, ਉਹਦੇ ਨਾਲੋਂ ਅਸੀਂ ਬਿਲਕੁਲ ਪਾਸੇ ਹੋ ਗਏ। ਬਸ ਇੰਨੀ ਗੱਲ ਹੀ ਆ। ਇਹ ਗੱਲ ਨੂੰ ਆਪਾਂ ਦੇਖ ਲਓ, ਅੱਜ ਸਾਡੇ ਸਮਾਜ ਤੋਂ ਕਹਿਲੀ ਨਹੀਂ ਬਣਦੀ ਸੀ, ਪਰ ਫਿਰ ਮੈਂ ਇੱਕ ਦ੍ਰਿਸ਼ਟਾਂਤ ਦੇਵਾਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸਦਕੇ ਜਾਈਏ, ਜਿਨ੍ਹਾਂ ਦੇ ਚਮਕੌਰ ਦੀ ਕੱਚੀ ਹਵੇਲੀ ਵਿੱਚ, ਗੜ੍ਹੀ ਦੇ ਵਿੱਚ, ਜਿੱਥੇ ਮੋਰਚਾਬੰਦੀ ਕੀਤੀ ਹੈ ਨਾ ਪਾਤਸ਼ਾਹ ਨੇ, ਉਸ ਮਕਾਨ ਦੇ ਅੰਦਰ, ਕੱਚੇ ਮਕਾਨ ਦੇ ਅੰਦਰ ਕੇਵਲ ਗਿਣਤੀ ਦੇ ਹੱਥਾਂ ਤੇ ਗਿਣਨ ਵਾਲੇ ਸਿੰਘ ਨੇ, ਪਰ ਘੇਰਨ ਵਾਲੇ 10 ਲੱਖ ਦੀ ਗਿਣਤੀ ਕੀਤੀ ਹੈਗੀ ਜਫਰਨਾਮੇ ਦੇ ਵਿੱਚ, ਜਾਂ ਇਤਿਹਾਸ ਦੇ ਵਿੱਚ ਕਹਿ ਲਓ ਸਾਡੇ 'ਚ 10 ਲੱਖ ਦੀ ਗਿਣਤੀ ਕੀਤੀ ਆ। ਪਰ ਸਦਕੇ ਜਾਈਏ ਕਿਤੋਂ? ਗੁਰੂ ਨਾਨਕ ਸਾਹਿਬ ਦੀ ਅਗੰਮੀ ਜੋਤ ਦਸ਼ਮੇਸ਼ ਪਿਤਾ ਤੋਂ ਅੰਦਰ ਲੜਾਈ ਨਹੀਂ ਆਈ, ਲੜਾਈ ਗੜੀ ਤੋਂ ਬਾਹਰ ਰਹੀ ਆ, ਅੰਦਰ ਲੜਾਈ ਨਹੀਂ ਵੜੇਗੀ। ਪਰ ਅੱਜ ਵੇਖਣਾ ਪਊ ਵੀ ਸਾਡਾ ਸਮਾਜ ਆ ਜਿਹੜਾ ਕਿਹੋ ਜਿਹਾ ਹੋ ਗਿਆ। ਅੱਜ ਜੇ ਲੜਾਈ ਲੱਭਣੀ ਆ ਨਾ, ਪਿੰਡਾਂ 'ਚੋਂ ਲੜਾਈਆਂ ਘਟ ਗਈਆਂ, ਮਾਫ ਕਰਨਾ ਬਹੁਤ ਘਟ ਗਈਆਂ। ਜਿਵੇਂ ਲੋਕ ਪਹਿਲਾਂ ਲੜਦੇ ਸੀ ਨਾ, ਉਵੇਂ ਪਿੰਡਾਂ ਦੀ ਲੜਾਈ ਖਤਮ ਆ, ਤੇ ਅੱਜ ਧਾਰਮਿਕ ਅਸਥਾਨਾਂ ਤੇ ਲੜਾਈ ਵੱਧ ਗਈ। ਇਹਦਾ ਕਾਰਨ ਧਿਆਨ ਵਿਸਰ ਗਿਆ। ਬਸ ਜੇ ਅਸੀਂ ਆਪਣੇ ਮੂਲ ਤੇ ਕੇਂਦਰਿਤ ਹੋ ਜਾਈਏ ਨਾ, ਸੱਚਾ ਲੜਾਈ ਖਤਮ ਹੋ ਜੂ। ਅਸੀਂ ਜੁੜ ਗਏ ਪਦਾਰਥਵਾਦ ਨਾਲ, ਅਸੀਂ ਜੁੜ ਗਏ ਸਾਜੋ ਸਮਾਨ ਨਾਲ, ਅਸੀਂ ਜੁੜ ਗਏ ਟਹਿਣੀਆਂ ਦੇ ਨਾਲ, ਅਸੀਂ ਜੁੜ ਗਏ ਪੱਤਿਆਂ ਦੇ ਨਾਲ, ਅਸੀਂ ਜੁੜ ਗਏ ਫਲਾਂ ਦੇ ਨਾਲ। ਜੁੜਨਾ ਕਦੇ ਨਾਲ ਸੀ? ਮੂਲ ਨਾਲ ਜੁੜਨਾ ਸੀਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਤੂੰ ਆਨੰਦ ਤੋਂ ਭਾਈ ਕੋਹਾਂ ਦੂਰ ਚਲਾ ਗਿਆ, ਨੇੜੇ ਆ ਜਾਏਗਾ, ਐਸੀ ਗੱਲ ਨਹੀਂ ਵੀ ਨਹੀਂ ਆਵੇਂਗਾ, ਪਰ ਤੂੰ ਪੱਤਿਆਂ ਦਾ ਖੜਾ ਛੱਡਣਾ ਪਊ, ਸੰਖਾਂ ਦਾ, ਟਹਿਣੀਆਂ ਦਾ, ਉਹਨਾਂ ਦਾ ਖੜਾ ਛੱਡਣਾ ਪਊ। ਤੈਨੂੰ ਇੱਕ ਗੁਰੂ ਤੇ ਆਪਣੇ ਮੂਲ ਤੇ ਕੇਂਦਰਿਤ ਹੋਣਾ ਪਊਗਾ। ਮੇਰਾ ਮੂਲ, ਮੇਰਾ ਗੁਰੂ ਕੀ ਕਹਿੰਦਾ ਗਾ। ਅਸੀਂ ਤਾਂ ਪਦਾਰਥ ਨਾਲ ਜੁੜ ਗਏ। ਦੇਖੋ ਜਿੱਥੋਂ ਗੁਰੂ ਕਹਿੰਦਾ ਨਾ ਪਦਾਰਥਵਾਦ ਤੋਂ ਉੱਪਰ ਸੋਚ ਕਰ ਲਾ, ਇਹ ਤਾਂ ਗੁਰੂ ਤਾਂ ਘਰ ਵਾਸਤੇ ਕਹਿੰਦਾ ਸਾਨੂੰ, ਵੀ ਘਰ ਵਿੱਚ ਵੀ ਨਾ ਆਪਣੇ ਪਦਾਰਥਵਾਦੀ ਸਮਾਜ ਵਿੱਚ ਵੀ ਤੂੰ ਪਦਾਰਥਾਂ ਤੋਂ ਉੱਪਰ ਰਹਿ। ਪਦਾਰਥ ਵਰਤਣੇ ਨੇ, ਟਹਿਣੀਆਂ, ਪੱਤੇ, ਫਲ, ਫੁੱਲ, ਇਹ ਵਰਤਣੇ ਨੇ, ਪਰ ਇਹਨਾਂ ਤੋਂ ਉੱਪਰ ਰਹਿ, ਆਪਣੇ ਮੂਲ ਨਾਲ ਜੁੜ ਕੇ ਰਹਿ। ਪਰ ਸੱਚ ਜਾਣੋ, ਜੇ ਲੜਾਈ ਦਾ ਕਾਰਨ ਬਣਿਆ ਨਾ ਅੱਜ ਧਾਰਮਿਕ ਸਥਾਨਾਂ ਤੇ, ਉਹ ਇਹੀ ਬਣ ਗਿਆ ਵੀ ਅਸੀਂ ਜਿੱਥੋਂ ਸਾਨੂੰ ਉਪਦੇਸ਼ ਮਿਲਦਾ ਨਾ, ਉੱਥੇ ਆ ਕੇ ਵੀ ਅਸੀਂ ਪਦਾਰਥਾਂ ਨਾਲ ਜੁੜੇ ਬੈਠੇ ਆਂਗੇ। ਦੇਖ ਮੇਰ ਮਾਰੀ ਬੈਠੇ ਆਂਗੇ। ਜੇ ਨਹੀਂ ਵੱਜੀ ਤਾਂ ਦੇਖ ਲਓ, ਪੱਗਾਂ ਲੱਥਦੀਆਂ ਨੇ, ਡਾਂਗਾਂ ਚੱਲਦੀਆਂ ਨੇ, ਧਰਨੇ ਲੱਗਦੇ ਨੇ। ਉਹ ਇੱਕ ਥਾਂ ਤੇ ਨਹੀਂ, ਸਾਰੇ ਥਾਵਾਂ ਤੇ, ਚਾਹੇ ਪਿੰਡਾਂ 'ਚ ਵੇਖ ਲਓ ਤੇ ਚਾਹੇ ਤਹਾਂ ਵੇਖ ਲਓ। ਗੱਲ ਕੀ? ਆਨੰਦ ਦੀ। ਪਾਤਸ਼ਾਹ ਜੀ ਕਹਿੰਦੇ ਆਨੰਦ ਤਾਂ ਤੇਰੇ ਅੰਦਰ ਹੀ ਆ, ਆਨੰਦ ਦੀ ਅਵਸਥਾ ਅੰਦਰ ਹੀ ਹੈ, ਪਰ ਉਹ ਮਿਲੂਗੀ ਕਦੋਂ? ਉਹ ਮਿਲਣੀ ਆ ਉਦੋਂ ਜਦੋਂ ਤੂੰ ਆਪਣਾ ਧਿਆਨ ਗੁਰੂ ਤੇ ਕੇਂਦਰਿਤ ਕਰ ਲੇਗਾ। ਪਰ ਗੁਰੂ ਵੱਲ ਤਾਂ ਸਾਡਾ ਧਿਆਨ ਅਜੇ ਤੱਕ ਹੋਇਆ ਨਹੀਂ। ਉਦਾਂ ਭਾਵੇਂ ਅਸੀਂ ਗੁਰਮੁਖ ਕਹਾਉਂਦੇ ਆ, ਪਰ ਗੁਰਮੁਖ ਬਣੇ ਨਹੀਂ। ਹਾਂ, ਪੰਜ ਕਕਾਰੀ ਬਾਣਾ ਪਾ ਕੇ ਨਾ ਗੁਰਮੁਖਾਂ ਦੀ ਪਦਵੀ ਨਹੀਂ ਮਿਲਦੀਗੀ। ਆਪਣੀ ਸੋਚ ਨੂੰ ਬਦਲਣਾ ਪੈਂਦਾ। ਦੇਖੋ ਮਾਫ ਕਰਨਾ, ਸਾਡੀ ਇੱਕ ਰੀਤ ਆ, ਸਾਡਾ ਇੱਕ ਗੁਰੂ ਦਾ ਉਪਦੇਸ਼ ਆ, ਰਹਿਣੀ ਰਹੇ ਸੋਈ ਸਿੱਖ ਮੇਰਾ। ਰਹਿਤ ਦੇ ਵਿੱਚ ਰਹਿਣਾਗਾ ਆਪਾਂ, ਜੋ ਗੁਰੂ ਦੀ ਮਰਜ਼ਾਦਾ ਉਹਦੇ ਮੁਤਾਬਕ ਚੱਲਣਾਗਾ। ਪਰ ਇਹਨਾਂ ਜ਼ਰੂਰ ਧਿਆਨ 'ਚ ਰੱਖਿਓ, ਕਈ ਵਾਰ ਨਾ ਕੀ ਹੁੰਦਾ ਵੀ ਅਸੀਂ ਕੇਵਲ ਤੇ ਕੇਵਲ ਬਾਹਰੀ ਤੌਰ ਤੇ ਬਹੁਤ ਜ਼ਿਆਦਾ ਪਾਬੰਦ ਹੁੰਨੇ ਆ, ਪਰ ਅੰਦਰੋਂ ਟੁੱਟ ਚੁੱਕੇ ਹੁੰਨੇ ਆ। ਰਾਕਟ ਆ ਨਾ, ਬਾਹਰੀ ਉਹਦੀ ਜਿਹੜੀ ਸਾਈਡ ਆ ਨਾ, ਉਹਦੀ ਮੰਨ ਕੇ ਚੱਲੋ ਬਾਹਰੀ ਪਰਤ ਆ ਗਈ, ਉਹ ਬਹੁਤ ਜ਼ਿਆਦਾ ਸਖਤ ਆ ਗਈ। ਉਹ ਤੇ ਕੋਈ ਚੀਜ਼ ਛੇਤੀ ਛੇਤੀ ਟੱਚ ਨਹੀਂ ਕਰ ਦੇਗੀ।
ਤੇ ਪਰ ਅੰਦਰੋਂ ਉਹ ਵਿਚਾਰਾ ਥੋਥਾ ਹੁੰਦਾ ਗਾ, ਅੰਦਰੋਂ ਬਿਲਕੁਲ ਖਤਮ ਹੋ ਜਾਂਦਾ। ਸ਼ਾਇਦ ਸਾਡੀ ਕੌਮ ਅੱਜ ਆਨੰਦ ਤੋਂ ਜਿਹੜੀ ਟੁੱਟੀ ਹੈ ਨਾ, ਵਿਸਰ ਗਈ, ਉਹਦਾ ਇਹ ਜ਼ਿਆਦਾਤਰ ਸੁਭਾਅ, ਜ਼ਿਆਦਾਤਰ ਅੰਕੜੇ ਇਹੀ ਨੇ ਵੀ ਅਸੀਂ ਵਾਰੀ ਤੌਰ ਤੇ ਤਾਂ ਬਹੁਤ ਜ਼ਿਆਦਾ ਸਖਤ ਹੋ ਗਏ, ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ, ਪਰ ਅੰਦਰੋਂ ਥੋਥੇ ਆ। ਸੱਚ ਜਾਣਿਓ, ਗੌਰ ਕਰਕੇ ਵੇਖਿਓ ਕਦੇ। ਜਦੋਂ ਇਹ ਵਿਚਾਰ ਹੁੰਦੀ ਆ ਨਾ ਵੀ ਆਨੰਦ ਦੀ ਦਾਤ ਆਪਾਂ ਨੂੰ, ਸ਼ਾਂਤੀ ਦਾਤ ਸਹਿਜ ਦੀ ਕਿਵੇਂ ਮਿਲ ਸਕਦੀ ਆ, ਨਹੀਂ ਮਿਲਣੀਗੀ, ਫਿਰ ਉਦੋਂ ਨਾ ਮਨੁੱਖ ਦੇ ਅੰਦਰ ਥੋੜੀ ਬਹੁਤੀ ਪੀੜ ਹੁੰਦੀ ਆ, ਦਰਦ ਹੁੰਦਾ ਗਾ ਵੀ ਯਾਰ ਇਹ ਗੱਲ ਕਿਉਂ ਆ, ਕਿਵੇਂ ਆ, ਬੰਦਾ ਫਿਰ ਪ੍ਰਸ਼ਨ ਕਰਦਾ ਗਾ। ਵਾਹਿਗੁਰੂ ਭਲਾ ਕਰੇ। ਆਪਣੀ ਅੱਜ ਦੀ ਵਿਚਾਰ ਆਨੰਦ ਦੀ ਹੈ। ਪਾਤਸ਼ਾਹ ਜੀ ਕਹਿੰਦੇ ਆਨੰਦ ਤਾਂ ਭਾਈ ਤੇਰੇ ਅੰਦਰ ਹੀ ਹੈ। ਇਹ ਨਾ ਮਿਲਣ ਦਾ ਕਾਰਨ ਸਾਡਾ ਧਿਆਨ ਖਿੰਡ ਗਿਆ, ਮਤਲਬ ਸਾਡਾ ਜਿਹੜਾ ਅੰਦਰ ਦਾ ਪੱਖ ਸੀ ਨਾ, ਸੋਚਣ ਸ਼ਕਤੀ ਕਹਿ ਲਓ, ਉਹ ਬਾਹਰੀ ਤੌਰ ਤੇ ਬਹੁਤ ਜ਼ਿਆਦਾ ਦੂਰ ਦੂਰ ਨਿਕਲ ਗਈ, ਸਾਡੇ ਤੋਂ ਕੋਹਾਂ ਦੂਰ ਚਲੀ ਗਈ। ਸਾਡੇ ਅੰਦਰ ਦੇ ਵਿਚਾਰ ਨੇ ਜਿਹੜੇ ਉਹ ਬਹੁਤ ਘਟੀਆ ਹੋ ਗਏ, ਇਸ ਕਰਕੇ ਅਸੀਂ ਆਨੰਦ ਤੋਂ ਖੁੱਸ ਗਏ। ਤੇ ਪਾਤਸ਼ਾਹ ਨੇ ਕੀ ਉਪਦੇਸ਼ ਦਿੱਤਾ? ਭਗਤਾਂ ਦੇ ਅੰਦਰ, ਪਾਤਸ਼ਾਹ ਕਹਿੰਦੇ ਨੇ ਭਗਤਾਂ ਮਨ, ਇੱਥੇ ਨੰਨੇ ਨੂੰ ਹੁਸ਼ਿਆਰੀ ਆ, ਜਿਹਦਾ ਅਰਥ ਬਣ ਗਿਆ ਮਨ ਦੇ ਵਿੱਚ। ਭਗਤਾਂ ਮਨ ਆਨੰਦ ਭਇਆ। ਰੱਬ ਦੇ ਪਿਆਰਿਆਂ ਅੰਦਰ ਆਨੰਦ ਦੀ ਵਿਰਤੀ ਹੈ। ਉਹ ਘਰ ਵਿੱਚ ਰਹਿੰਦੇ ਆ, ਕਾਰੋਬਾਰ ਵਿੱਚ ਰਹਿੰਦੇ ਆ, ਦੂਰ ਨੇੜੇ ਜਿੱਥੇ ਮਰਜੀ ਹਨ। ਭਗਤਾਂ ਮਨ ਆਨੰਦ ਭਇਆ, ਹਰ ਨਾਮ ਰਹੇ ਲਿਵ ਲਾਏ। ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਧਿਆਨ ਲਿਵ, ਹਰ ਨਾਮ, ਪਰਮਾਤਮਾ ਦੇ ਨਾਮ ਨਾਲ, ਆਪਣੇ ਮੂਲ ਨਾਲ। ਆਪਣਾ ਮੂਲ ਕੀ ਆ? ਗੁਰੂ, ਹੈ ਨਾ, ਪਰਮਾਤਮਾ। ਆਪਣੇ ਮੂਲ ਨਾਲ ਜਿਨ੍ਹਾਂ ਦਾ ਧਿਆਨ ਜੁੜ ਗਿਆ, ਲਿਵ ਜੁੜ ਗਈ। ਪਾਤਸ਼ਾਹ ਜੀ ਕਹਿੰਦੇ ਨੇ ਹਰ ਨਾਮ ਰਹੇ ਲਿਵ ਲਾਏ। ਹਰੀ ਪਰਮਾਤਮਾ ਦੇ ਨਾਮ ਵਿੱਚ ਸਾਡੀ ਜਿਹੜੀ ਲਿਵ ਆ ਨਾ, ਉਹ ਜੁੜ ਜਾਣੀ ਚਾਹੀਦੀ ਆ। ਹਰੀ ਪਰਮਾਤਮਾ ਦੇ ਨਾਮ ਨਾਲ ਸਾਡੀ ਲਿਵ, ਸਾਡਾ ਧਿਆਨ, ਪਾਤਸ਼ਾਹ ਜੀ ਕਹਿੰਦੇ ਜੁੜ ਜਾਣਾ ਚਾਹੀਦਾ ਗਾ। ਉਹਦੇ ਜੁੜਨ ਦਾ ਸਾਨੂੰ ਕੀ ਪਤਾ ਲੱਗੇਗਾ? ਵਾਹਿਗੁਰੂ ਭਲਾ ਕਰੇ। ਜੇ ਆਪਾਂ ਇਸ ਚੀਜ਼ ਨੂੰ ਪਰਖਣ ਲੱਗ ਜਾਈਏ ਨਾ ਵੀ ਉਹ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਦਾ ਸਾਡਾ ਕੀ ਪਤਾ ਲੱਗੇਗਾ, ਸੱਚ ਜਾਣਿਓ ਬੜੇ ਘੱਟ ਲੋਕ ਨੇ ਜਿਹੜੇ ਮਤਲਬ ਕਿ ਇਸ ਚੀਜ਼ ਨੂੰ ਵੇਖਣਗੇ ਤੇ ਜੁੜੇ ਹੋਏ ਸਾਨੂੰ ਮਿਲਣਗੇ, ਤੇ ਨਹੀਂ ਸਾਡਾ ਜਿਹੜਾ ਧਿਆਨ ਆ ਉਹ ਪਾਸੇ ਫਿਰਦਾ ਗਾ, ਉਹ ਕਦੇ ਇਸ ਚੀਜ਼ ਨੂੰ ਵੇਖ ਨਹੀਂ ਸਕਦਾ ਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾ ਹਰ ਨਾਮ ਰਹੇ ਲਿਵ ਲਾਏ। ਉਹ ਪ੍ਰਮਾਤਮਾ ਦੇ ਨਾਲ ਆਪਾਂ ਆਪਣਾ ਧਿਆਨ ਜੋੜਨਾ। ਰੋਜ਼ਾਨਾ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆ ਨਾ, ਆਨੰਦ ਸਾਹਿਬ ਚਿੱਤ ਰੱਖਿਓ, ਜੋ 917 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੁਸ਼ੋਭਿਤ ਹੈ। ਪਾਤਸ਼ਾਹ ਦੀ ਪਾਵਨ ਬਾਣੀ ਅੰਗ ਨੰਬਰ 917 ਤੇ 922 ਤੇ ਜਾ ਕੇ ਸਮਾਪਤ ਹੁੰਦੀ ਆ। ਰੋਜ਼ਾਨਾ ਉਸ ਬਾਣੀ ਨੂੰ ਆਪਾਂ ਨਿਤਨੇਮ ਦੇ ਰੂਪ ਵਿੱਚ ਰੋਜ਼ ਪੜ੍ਹਦੇ ਆ, ਤੇ ਉਹ ਬਾਣੀ ਦਾ ਪੂਰਾ ਵੇਰਵਾ ਪਾਤਸ਼ਾਹ ਨੇ 40 ਪੌੜੀਆਂ ਦੇ ਵਿੱਚ ਸਾਰੇ ਦਾ ਸਾਰਾ ਵੇਰਵਾ ਆਪਣੇ ਧਿਆਨ ਨੂੰ ਇਕੱਠਾ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਤੇ ਟਿਕਾ ਕੇ ਰੱਖਣਾ। ਇਹਦੇ ਵਿੱਚ ਹੀ ਕੀ ਹੈ? ਆਨੰਦ ਹੈ। ਹੁਣ ਪਾਤਸ਼ਾਹ ਜੀ ਨੇ ਆਰੰਭ ਵਿੱਚ ਕੀ ਲਿਖਿਆ ਗਾ? ਆਨੰਦ ਭਇਆ ਮੇਰੀ ਮਾਏ। ਫਿਰ ਜਿਹੜੀ ਅਗਲੀ ਤੋਕਾ ਸ਼ਾਇਦ ਉਹਦੇ ਅਰਥਾਂ ਦਾ ਤੁਹਾਨੂੰ ਬਿਲਕੁਲ ਸਹੀ ਪਤਾ ਲੱਗ ਜਾਵੇਗਾ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਤੁਸੀਂ ਆਪਣੀ ਸੁਰਤ 'ਚ ਹੀ ਬੋਲ ਦੋ ਪੰਗਤੀ ਹੋ, ਆਨੰਦ ਭਇਆ ਮੇਰੀ ਮਾਏ, ਤੇ ਅੱਗੇ ਕੀ ਲਿਖਿਆ ਗਾ? ਸਤ ਗੁਰੂ ਮੈਂ ਪਾਇਆ। ਹੁਣ ਜਦੋਂ ਮੈਂ ਸਤਿਗੁਰ ਪਾ ਲਿਆ ਤੇ ਮੈਨੂੰ ਆਨੰਦ ਮਿਲ ਗਿਆ। ਸਤਿਗੁਰ ਕੀ ਹੈ? ਬਚਨ ਗਿਆਨ, ਗੁਰੂ ਦਾ ਉਪਦੇਸ਼, ਉਹ ਸਾਡਾ ਸਤਿਗੁਰ ਆ ਨਾ। ਜਦੋਂ ਮੈਂ ਸਤਿਗੁਰ ਦੇ ਨਾਲ ਜੁੜ ਗਿਆ, ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ ਜੁੜ ਗਿਆ, ਆਨੰਦ ਮਿਲ ਗਿਆ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜ ਰਹੇ ਨੇ, ਉਸ ਟਾਈਮ ਤੇ ਚੱਕ ਨਾਨਕੀ ਇਸ ਨਗਰ ਦਾ ਨਾਮ ਹੈ, ਇਸ ਸਾਡੇ ਸਥਾਨ ਦਾ ਨਾਮ ਹੈ। ਚੱਕ ਨਾਨਕੀ ਮਖੋਵਾਲ ਵੀ ਟਿਕਿਆ ਰਿਹਾ। ਹੁਣ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਵਾਲੀ ਧਰਤੀ ਤੇ ਰਹਿ ਰਹੇ ਨੇ, ਤਾਂ ਪਟਨਾ ਸਾਹਿਬ ਦੀ ਧਰਤੀ ਤੋਂ ਮਾਤਾ ਗੁਜਰ ਕੌਰ, ਦਸ਼ਮੇਸ਼ ਪਿਤਾ ਗੋਬਿੰਦ ਰਾਏ ਜਥੇ ਸਮੇਤ ਪਹੁੰਚੇ ਨੇ। ਤੇ ਆਉਂਦੇ ਹੀ ਗੁਰੂ ਸਾਹਿਬ ਨੇ ਪ੍ਰਸ਼ਨ ਕੀਤਾ ਸੀ। ਇੱਥੇ ਦੇਖੋ, ਅੱਜ ਤਾਂ ਅਸੀਂ ਡਰਦੇ ਆ ਨਾ ਵੀ ਸਾਨੂੰ ਕੋਈ ਗੱਲ ਪੁੱਛ ਨਾ ਲਵੇ। ਜੇ ਕਿਸੇ ਨੇ ਗੱਲ ਪੁੱਛ ਲਈ ਗੁਰਬਾਣੀ ਬਾਰੇ, ਫਿਰ ਸਾਡਾ ਮੂੰਹ ਮੋਟਾ ਹੋ ਜਾਂਦਾ ਗਾ। ਅਜੇ ਤੱਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪੁੱਤ ਨੂੰ ਬਹੁਤਾ ਨਹੀਂ ਮਿਲੇ। ਕੋਈ ਇਹ ਨਹੀਂ ਹੈ ਵੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤ ਕੋਲੇ 10 ਸਾਲ 20 ਸਾਲ ਗੁਜ਼ਾਰੇ ਨੇ। ਨਾ 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 ਨਾ,
अजे तो गुरु पातशाह जी अपने पुੱਤ ਨੂੰ ना थोड़ा टाइम ही मिले नेगे, थोड़ा टाइम ही। पहला जो पातशाह का जन्म होया उदों पातशाह जी अपने प्रचारक दौरे ते ने, कुछ टाइम बाद पातशाह जी पटना साहब पहुंचे, पटना साहब पहुंचने तो बाद दोबारा फिर गुरु पातशाह जी प्रचारक दौरे ते निकल गए, दोबारा फिर पिंडां दे विच चल गए भी जिथे जिथे भाव जिथे जिथे लोड़ आ ना सच की गल सुनाउणी कहनी। ते अज ये गल हो रही है कि कट्टी जा रही है, वो आपां देख लो। ਜਿਹੜੇ गुरु घर ਦੇ ਵਿੱਚ 23 ਸਾਲਾਂ ਬਾਅਦ ਪਾਤਸ਼ਾਹ ਦੇ ਘਰ ਬੱਚੇ ਨੇ ਜਨਮ ਲਿੱਤਾ ਤੇ 23 ਸਾਲਾਂ ਬਾਅਦ ਨਹੀਂ ਉਸ ਤੋਂ ਬਾਅਦ ਵਾਲੀ ਜ਼ਿੰਦਗੀ ਕਹਿੰਦਾ ਮੈਂ ਤਾਂ ਆਪਣੇ ਪੁੱਤ ਕੋਲ ਹੀ ਗੁਜ਼ਾਰੂ, ਆਪਣਾ ਸੁਭਾਗ ਆ। ਪਰ ਗੁਰੂ ਸਾਹਿਬ ਕੁਝ ਟਾਈਮ ਟਿਕੇ ਫਿਰ ਪ੍ਰਚਾਰਕ ਦੌਰ ਤੇ ਚੱਲ ਗਏ। ਕੋਈ ਬਹੁਤਾ ਟਾਈਮ ਆਪਣੇ ਪੁੱਤ ਦੀ ਕਹਿਣ ਤੋਂ ਭਾਵ 9ਵੇਂ ਪਾਤਸ਼ਾਹ ਨੇ ਸਪੈਸ਼ਲ ਕਲਾਸ ਨਹੀਂ ਲਾਏਗੀ, ਸਪੈਸ਼ਲ ਕੋਈ ਉਹਨਾਂ ਨੂੰ ਗੁਰਮਤਿ ਵਿਦਿਆ ਗ੍ਰਹਿਣ ਨਹੀਂ ਕਰਾਏਗੀ। ਵਾਹਿਗੁਰੂ ਭਲਾ ਕਰੇ, ਮਾਂ ਗੁਜਰੀ ਦੀ ਕਿਰਪਾ ਸਾਰੀ ਜਾਂ ਨਾਲ ਰਹਿਣ ਵਾਲੇ ਗੁਰੂ ਦੇ ਸਿੱਖਾਂ ਦੀ ਬਖਸ਼ਿਸ਼ ਹੈ। ਹੁਣ ਚੇਤਾ ਰੱਖਿਓ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਉਂਦੇ ਹੀ ਧੰਨ ਗੁਰੂ ਗੋਬਿੰਦ ਰਾਏ ਨੂੰ, ਉਸ ਟਾਈਮ ਤੇ ਗੋਬਿੰਦ ਸਿੰਘ ਨਹੀਂ ਗੋਬਿੰਦ ਰਾਏ ਨੇ, ਜਿਨ੍ਹਾਂ ਦੀ ਉਮਰ ਛੋਟੀ ਹੈ, ਬਿਲਕੁਲ ਬਹੁਤੀ ਵੱਡੀ ਨਹੀਂ, 8.5-9 ਸਾਲ ਦੇ ਏੜ ਫੇੜ ਉਮਰ ਹੈਗੀ। ਤੇ ਪਾਤਸ਼ਾਹ ਨੇ ਸਵਾਲ ਕੀ ਕੀਤਾ? 2 ਸਵਾਲ ਕੀਤੇ ਨੇ। ਕਿਹੜਾ? ਭਾਵ ਤੇਰੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਇੱਥੇ ਆਉਣ ਤੇ ਕੁਛ ਮਿਲਿਆ ਜਾਂ ਨਹੀਂ ਮਿਲਿਆ? ਜੇ ਤੈਨੂੰ ਇੱਥੇ ਆਉਣ ਤੇ ਕੁਛ ਮਿਲਿਆ, ਉਹ ਕੀ ਮਿਲਿਆ ਤੇ ਕਿਵੇਂ ਮਿਲਿਆ? ਤੇ ਧੰਨ ਗੁਰੂ ਗੋਬਿੰਦ ਰਾਏ ਨੇ ਕੀ ਪੜ੍ਹ ਕੇ ਸੁਣਾਇਆ ਸੀਗਾ? ਆਨੰਦ ਭਇਆ ਮੇਰੀ ਮਾਏ, ਇੱਥੇ ਆ ਕੇ ਮੈਨੂੰ ਆਨੰਦ ਮਿਲਿਆ। ਵਾਹਿਗੁਰੂ ਭਲਾ ਕਰੇ, ਸਭ ਥਾਈਂ ਆਨੰਦ ਹੈ, ਪਰ ਕਦੋਂ? ਜਦੋਂ ਸਤਿਗੁਰੂ ਮੈਂ ਪਾਇਆ, ਜਦੋਂ ਮੈਂ ਗੁਰੂ ਦੇ ਨਾਲ ਜੁੜ ਗਿਆ ਤੇ ਗੁਰੂ ਨੂੰ ਮੈਂ ਪਾ ਲਿਆ, ਮੈਨੂੰ 2 ਚੀਜ਼ਾਂ ਦੀ ਬਖਸ਼ਿਸ਼ ਹੋ ਗਈ। ਇੱਕ ਤਾਂ ਆਨੰਦ ਮਿਲ ਗਿਆ, ਮੇਰੀ ਮਾਂ ਨੇ ਸਤਿਗੁਰ ਨਾਲ ਮਿਲਾ ਦਿੱਤਾ, ਗਿਆਨ ਦੇ ਨਾਲ ਮਿਲਾ ਦਿੱਤਾ। ਤੇ ਫਿਰ ਪਾਤਸ਼ਾਹ ਨੇ ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਨਾ ਆਨੰਦਪੁਰ ਸਾਹਿਬ ਰੱਖਿਆ ਗਾ। ਚੇਤਾ ਰੱਖਿਓ, ਆਉਂਦੇ ਹੀ ਪਾਤਸ਼ਾਹ ਨੇ ਇੱਕ ਪ੍ਰਸ਼ਨ ਕੀਤਾ ਆਪਣੇ ਪੁੱਤਰ ਨੂੰ। ਹੁਣ ਉੱਥੇ ਪਾਤਸ਼ਾਹ ਜੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪਾਤਸ਼ਾਹ ਜੀ ਕਹਿੰਦੇ ਜਦੋਂ ਮੈਂ ਸਤਿਗੁਰ ਪਾ ਲਿਆ ਤੇ ਮੈਨੂੰ ਆਨੰਦ ਦੀ ਦਾਤ ਮਿਲ ਗਈ। ਤੇ ਸਤਿਗੁਰ ਕਿੱਥੇ ਹੈ? ਉਹ ਸਾਡੇ ਅੰਦਰ ਹੈ। ਬਾਹਰੀ ਤੌਰ ਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਦਿਮਾਗ ਵਿੱਚ ਟਿਕਾ ਕੇ ਆਨੰਦ ਦੇ ਧਾਰਨੀ ਅਸੀਂ ਹੋ ਸਕਦੇ ਹਾਂ। ਤੇ ਲਾਸਟ ਵਿੱਚ 40ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਆਨੰਦ ਸੁਣੋ ਵੱਡ ਭਾਗੀ ਹੋ। ਸੁਣੋ ਭਾਈ, ਕੀ ਸੁਣਨਾਗਾ? ਆਨੰਦ ਦੀ ਗੱਲ ਸੁਣੋ। ਆਨੰਦ ਸੁਣੋ ਵੱਡ ਭਾਗੀਓ। ਤੇ ਫਿਰ ਅੱਗੇ ਕੀ ਹੈ? ਸਗਲ ਮਨੋਰਥ ਪੂਰੇ। ਤੇ ਆਪਾਂ ਪਹਿਲਾਂ ਗੱਲ ਕੀਤੀ ਨਾ, ਅੱਜ ਲੜਾਈ ਚੱਲਦੀ ਆ, ਮਨੋਰਥ ਪੂਰਾ ਨਹੀਂ ਹੋਇਆਗਾ। ਮਨੋਰਥ ਕੀ ਆ? ਮੈਨੂੰ ਨੰਬਰਦਾਰੀ ਮਿਲ ਜੇ। ਮਨੋਰਥ ਕੀ ਆ? ਮੈਨੂੰ ਪ੍ਰਧਾਨਗੀ ਮਿਲ ਜੇ। ਮਨੋਰਥ ਕੀ ਆ? ਮੈਨੂੰ ਅਹੁਦਾ ਮਿਲ ਜੇ ਵੱਡੇ ਤੋਂ ਵੱਡਾ। ਮਨੋਰਥ ਕੀ ਆ? ਬਸ ਮੇਰਾ ਕੇਵਲ ਤੇ ਕੇਵਲ ਮਾਇਆ ਤੇ ਕਬਜ਼ਾ ਰਹੇ। ਮਨੋਰਥ ਕੀ ਆ? ਮੇਰਾ ਪਦਾਰਥਾਂ ਤੇ ਕਬਜ਼ਾ ਰਹੇ। ਮਨੋਰਥ ਤਾਂ ਆਗਾ। ਤੇ ਗੁਰੂ ਕਹਿੰਦਾ ਤੇਰੇ ਸਗਲ ਮਨੋਰਥ ਪੂਰੇ, ਪਰ ਕੰਮ ਤੈਨੂੰ ਇੱਕੋ ਹੀ ਕਰਨਾ ਪਊ, ਸਾਰਾ ਕੁਝ ਹੀ ਪੂਰਾ ਹੋ ਜੂ। ਚੱਲ ਤੈਨੂੰ ਕੋਈ ਗੱਲ ਨਹੀਂ, ਕੁਰਸੀ ਦੀ ਲੋੜ ਆ ਨਾ, ਕੁਰਸੀ ਵੀ ਮਿਲ ਜੂ, ਕੋਈ ਗੱਲ ਨਹੀਂ। ਪਾਤਸ਼ਾਹ ਕਹਿੰਦੇ ਵੈਸੇ ਮੈਂ ਕੁਰਸੀ ਪਿੱਛੇ ਲੜਾਈ ਨਹੀਂ ਕੀਤੀ, ਪਰ ਜੇ ਤੇਰੀ ਭਾਵਨਾ ਨਾ ਤੈਨੂੰ ਮਿਲ ਜੂ। ਤੂੰ ਲੰਬਰਦਾਰੀ ਭਾਲਦਾ ਨਾ, ਕੋਈ ਗੱਲ ਨਹੀਂ, ਤੈਨੂੰ ਮਿਲ ਜੂ ਜੇ ਤੂੰ ਚਾਹੁੰਨਾਗਾ। ਐਸੀ ਗੱਲ ਨਹੀਂ ਵੀ ਨਹੀਂ ਚਾਹੁੰਦਾ, ਜੇ ਤੂੰ ਚਾਹੁੰਨਾ, ਪਰ ਤੈਨੂੰ ਇੱਕ ਕੰਮ ਕਰਨਾ ਪਊਗਾ। ਜੇ ਤਾਂ ਉਹ ਕੰਮ ਕਰ ਲਿਆ ਫਿਰ ਤਾਂ ਪਿਆਰ ਨਾਲ ਮਿਲੂ, ਨਹੀਂ ਲੜਾਈ ਨਾਲ ਮਿਲੂ। 2 ਪੱਖ ਨੇਗੇ, ਉਹ ਤੂੰ ਦੇਖ ਲੈ ਡਾਂਗ ਨਾਲ ਲੈਣੀ ਆ ਕਿ ਪਿਆਰ ਨਾਲ ਲੈਣੀ ਆ। ਜਿਹੜੀ ਗੱਲ ਪਿਆਰ ਨਾਲ ਹੱਲ ਹੋ ਜੇ ਉਹੀ ਚੰਗੀ ਹੁੰਦੀ ਆ ਨਾ, ਲੜਾਈ ਵਾਲੀ ਗੱਲ ਤਾਂ ਚੰਗੀ ਹੁੰਦੀ ਨਹੀਂਗੀ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਆਪਾਂ ਨੂੰ ਪਤਾ ਦਿੱਲੀ ਦੇ ਤਖਤ ਤੇ ਬੈਠ ਸਕਦੇ ਸੀ 101%। ਇੱਥੇ 100% ਦੀ ਗੱਲ ਨਹੀਂ, 101% ਚਾਹੁੰਦੇ ਬੈਠ ਸਕਦੇ ਸੀ, ਪਰ ਬੈਠੇ ਨਹੀਂ। ਔਰੰਗਜ਼ੇਬ ਦੇ ਪੁੱਤ ਦੀ ਕੁਝ ਕੁ ਪੱਖਾਂ ਤੇ ਸ਼ਰਤਾਂ ਤੇ ਕੀ ਕੀਤਾਗਾ ਆਪਾਂ ਨੂੰ ਪਤਾ, ਗੱਦੀ ਤੇ ਬਹਾਇਆਗਾ। ਆਪਾਂ ਨੂੰ ਪਤਾ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਦਦ ਕਰਕੇ ਕੁਝ ਕੁ ਸ਼ਰਤਾਂ ਦੇ ਤਹਿਤ ਆਨੰਦਪੁਰ ਸਾਹਿਬ ਦੀ ਦਿੱਲੀ ਦੇ ਤਖਤ ਤੇ ਬਹਾਇਆਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਚਾਹੁੰਨਾਗਾ ਭਾਈ ਸਭ ਕੁਝ ਹੋ ਜਾਊਗਾ, ਪਰ ਇੱਕ ਗੱਲ ਧਿਆਨ ਵਿੱਚ ਰੱਖੀ, ਤੈਨੂੰ ਆਨੰਦ ਦੀ ਗੱਲ ਸੁਣਨੀ ਪਊਗੀ। ਫਿਰ ਪਾਤਸ਼ਾਹ ਨੇ ਇੱਥੇ ਅੱਜ ਸਾਨੂੰ ਆਨੰਦ ਦੀ ਗੱਲ ਸੁਣਾਈ ਆ। ਉਹ ਕਿਹੜੀ ਸੁਣਾਈ ਆ? ਭਗਤਾਂ ਮਨ ਆਨੰਦ ਭਇਆ, ਹਰ ਨਾਮ ਰਹੇ ਲਿਵ ਲਾਏ, ਗੁਰਮੁਖੇ ਮਨ ਨਿਰਮਲ। ਕਹਿੰਦੇ ਗੁਰਮੁਖਾਂ ਦਾ ਮਨ ਨਾ ਫਿਰ ਨਿਰਮਲ ਹੋ ਜਾਂਦਾਗਾ। ਗੁਰਮੁਖੇ ਮਨ ਨਿਰਮਲ ਹੋਆ, ਨਿਰਮਲ ਹਰ ਗੁਣ ਗਾਏ। ਤੇਰਾ ਮਨ ਵੀ ਨਿਰਮਲ ਹੋ ਜਾਊਗਾ ਤੇ ਮਨ ਦੀ ਨਿਰਮਲਤਾ ਨਿਰਮਲ ਗੁਣ ਗਾਉਣ ਦੇ ਨਾਲ।
ਹੁਣ ਨਿਰਮਲ ਗੁਣ ਕਿੱਥੇ ਨੇ? ਉਹ ਗੁਰੂ 'ਚ ਨੇ, ਤੇ ਨਿਰਮਲ ਗੁਰੂ ਤੋਂ ਆਪਾਂ ਨੂੰ ਗੁਣ ਹੀ ਲੈਣੇ ਪੈਣੇ ਨੇ। ਪਰ ਉਹ ਗੁਣ ਜਦੋਂ ਆਪਾਂ ਪ੍ਰਾਪਤ ਕਰ ਲਏ, ਉਸ ਦਿਨ ਸਾਨੂੰ ਸਾਡੇ ਅੰਦਰ ਦੇ ਖਜ਼ਾਨੇ ਬਾਰੇ ਪਤਾ ਲੱਗ ਸਕਦਾ, ਨਹੀਂ ਪਤਾ ਨਹੀਂ ਚੱਲੇਗਾ। ਕਹਿੰਦੇ ਨਾ ਇੱਕ ਭਿਖਾਰੀ ਆ, ਚਲੋ ਆਪਣੇ ਪਿੰਡਾਂ ਦੀ ਰੀਤ ਆ, ਇੱਕ ਸੁਭਾਗ ਆ ਸਾਡਾ ਸਾਰਿਆਂ ਦੇ ਹੀ, ਵੀ ਕਿਤੇ ਵੀ ਕੋਈ ਰੱਬ ਦਾ ਪਿਆਰਾ ਫਕਰ ਜਿਹਾ ਬੰਦਾ ਰਹਿੰਦਾ ਹੋਵੇ ਨਾ, ਵੀ ਆਪਾਂ ਆਮ ਹੀ ਚਲੋ ਉਹਦੇ ਨਾਲ ਮਿਲ ਵਰਤਨ ਕਰ ਲੈਂਦੇ ਆਗੇ, ਵੀ ਜਿਹਦਾ ਅੱਗੇ ਪਿੱਛੇ ਕੋਈ ਨਹੀਂ, ਇਕੱਲਾ ਬਸ ਪਿੰਡ ਵੱਲੋਂ ਜੋ ਨਗਰ ਵੱਲੋਂ ਪ੍ਰਸ਼ਾਦਾ ਪਾਣੀ ਮਿਲ ਗਿਆ, ਛਕ ਲਿਆ, ਨਹੀਂ ਬੈਠਾਗਾ। ਹੁਣ ਕਹਿੰਦੇ ਪਿੰਡ ਦੇ ਚੁਰਾਹੇ ਵਿੱਚ ਫਲੇ ਤੇ ਨਾ ਪਿੰਡ ਦਾ ਬੰਦਾ, ਮਾਫ ਕਰਨਾ, ਕੋਈ ਰੱਬ ਦਾ ਬੰਦਾ ਰਹਿੰਦਾਗਾ। ਆਖਰਕਾਰ ਕਹਿੰਦੇ ਉਹਨੇ ਸਾਰੀ ਉਮਰ ਹੁਣ ਤੱਕ ਇਦਾਂ ਮੰਗ ਕੇ ਖਾ ਕੇ ਹੀ ਗੁਜ਼ਾਰੀ ਆ, ਕਦੇ ਕਿਸ ਘਰ ਚੋਂ, ਕਦੇ ਕਿਸ ਘਰ ਚੋਂ, ਕਦੇ ਕਿਸ ਘਰ ਦੇ ਵਿੱਚੋਂ। ਸਾਰੀ ਉਮਰ ਉਹਨੇ ਬੁਢੇਪਾ ਆਪਣਾ ਇੱਥੋਂ ਤੱਕ ਇਉਂ ਹੀ ਗੁਜ਼ਾਰ ਦਿੱਤਾ। ਆਖਰਕਾਰ ਉਹ ਸਰੀਰ ਛੱਡ ਗਿਆ। ਚਲੋ ਇਹ ਰੀਤ ਆ, ਸਭ ਨਹੀਂ ਜਾਣਾਗਾ। ਜਦੋਂ ਮਰ ਗਿਆ ਨਾ, ਹੁਣ ਪਿੰਡ ਦੇ ਕੁਝ ਸਿਆਣੇ ਬੰਦੇ ਇਕੱਠੇ ਹੋਏ ਤੇ ਉਹਨਾਂ ਸਿਆਣੇ ਬੰਦਿਆਂ ਨੇ ਕੀ ਕਿਹਾ, ਵੀ ਚਲੋ ਆਪਾਂ ਇਹਨੂੰ ਇੱਥੇ ਹੀ ਦੱਬ ਦਿੰਨੇ ਆ, ਰੀਤ ਦੇ ਮੁਤਾਬਕ ਇੱਥੇ ਹੀ ਦਫਨ ਕਰ ਦਿੰਨੇ ਆ, ਦਬਾ ਦਿੰਨੇ ਆ। ਹੁਣ ਜਿਸ ਜਗ੍ਹਾ ਤੇ ਉਹ ਰਹਿੰਦਾ ਸੀ, ਆਪਣੀ ਉਹਦੀ ਝੌਪੜੀ, ਉਹਦੀ ਕੁਟੀਆ ਬਣਾਈ ਵੀ ਸੀ ਨਾ, ਉਸ ਚੁਰਾਹੇ ਦੇ ਵਿੱਚ, ਉੱਥੇ ਉਹਨੂੰ ਦੱਬਤਾ। ਦੱਬਣ ਦੇ ਲਈ ਜਦੋਂ ਟੋਆ ਪੁੱਟਿਆ, ਕਹਿੰਦੇ ਟੋਏ ਦੇ ਵਿੱਚੋਂ ਨਾ ਕੁਝ ਮਾਇਆ ਛਿੱਕੇ ਸੋਨੇ ਦੇ, ਚਾਂਦੀ ਦੇ ਨਿਕਲੇ। ਉਸ ਟੋਏ ਦੇ ਥੱਲਿਓਂ, ਉਸ ਮਿੱਟੀ ਦੇ ਵਿੱਚੋਂ ਨਾ ਕੁਝ ਇਦਾਂ ਦਾ ਸਮਾਨ, ਮਹਿੰਗਾ ਕੀਮਤੀ ਸਮਾਨ ਨਿਕਲ ਆਇਆ, ਤੇ ਸਾਰੇ ਹੱਕੇ ਬੱਕੇ ਰਹਿ ਗਏ। ਸਭ ਹੈਰਾਨ ਨੇ। ਕੋਈ ਸੋਚਦਾ ਇਹ ਬਾਬੇ ਨੇ ਸਪੈਸ਼ਲ ਆਪਣਾ ਖਜ਼ਾਨਾ ਨੱਪਿਆ ਹੋਵੇਗਾ, ਕੋਈ ਕਹਿੰਦਾ ਨਹੀਂ, ਜੇ ਸਪੈਸ਼ਲ ਖਜ਼ਾਨਾ ਨੱਪਿਆ ਹੁੰਦਾ ਨਾ ਤਾਂ ਇਹ ਸਾਰੀ ਉਮਰ ਆਪਣੀ ਮੰਗ ਕੇ ਨਹੀਂ ਸੀ ਗੁਜ਼ਾਰਦਾ। ਉਹ ਜਗ੍ਹਾ ਪੱਟਣ ਵੇਲੇ ਵੀ ਪਤਾ ਲੱਗਿਆ ਨਾ, ਵੀ ਜੇ ਨੱਪਿਆ ਹੁੰਦਾ ਤਾਂ ਜਗ੍ਹਾ ਪੋਲੀ ਹੁੰਦੀ ਪੱਟਣ ਦੇ ਵਿੱਚ, ਪਰ ਉਹ ਜਗ੍ਹਾ ਦੱਸਦੀ ਆ ਵੀ ਇਹ ਨੱਪਿਆ ਨਹੀਂ, ਇਹ ਕਿਸੇ ਦਾ ਪਹਿਲਾਂ ਤੋਂ ਪੁਰਾਣਾ ਨੱਪਿਆ ਰਹਿ ਗਿਆ ਤੇ ਇਹ ਉੱਤੇ ਬੈਠਾ ਰਿਹਾ। ਪਰ ਸੱਚਾਈ ਇਹ ਆ ਵੀ ਜਿਹੜਾ ਬੰਦਾ ਸਾਰੀ ਉਮਰ ਮੰਗਦਾ ਰਿਹਾ, ਜਿੱਥੇ ਬੈਠਾ, ਜਿੱਥੇ ਕੁਟੀਆ ਪਾਈ ਆ, ਉਹਦੇ ਹੇਠਾਂ ਖਜ਼ਾਨਾ ਪਿਆ, ਪਰ ਉਹ ਬੰਦਾ ਇਥੋਂ ਸਿੱਧ ਹੁੰਦਾ ਵੀ ਆਲਸੀ ਸੀ। ਜੇ ਥੋੜਾ ਬਹੁਤਾ ਕਿਸੇ ਆਹਾਰ ਲੱਗਿਆ ਹੁੰਦਾ ਨਾ, ਗੋਡੀ ਕਰਦਾ, ਕੋਈ ਬੂਟਾ ਲਾਉਂਦਾ, ਕੋਈ ਕਿਸੇ ਤਰ੍ਹਾਂ ਦਾ ਕੰਮ ਧੰਦੇ ਨਾਲ ਜੁੜਦਾ, ਤਾਂ ਉਹਨੂੰ ਸ਼ਾਇਦ ਖਜ਼ਾਨਾ ਉਹ ਮਿਲ ਜਾਣਾ ਸੀ, ਸ਼ਾਇਦ ਉਹ ਖਜ਼ਾਨਾ ਉਹਨੂੰ ਪ੍ਰਾਪਤ ਹੋ ਜਾਣਾ ਸੀ। ਪਰ ਉਹਦੀ ਆਲਸ, ਉਹਦੇ ਨਕੰਮੇਪਣ ਨੇ ਸਾਰੀ ਉਮਰ ਉਹਨੂੰ ਮੰਗਣ ਦੇ ਲਈ ਮਜਬੂਰ ਰੱਖਿਆ। ਉਹ ਮੰਗਦਾ ਹੀ ਰਿਹਾ, ਪਰ ਜੇ ਥੋੜੀ ਬਹੁਤੀ ਹਿੰਮਤ ਕੀਤੀ ਹੁੰਦੀ ਨਾ ਤੇ ਉਹ ਖਜ਼ਾਨੇ ਤੱਕ ਪਹੁੰਚ ਕਰ ਲੈਂਦਾ ਆਪਣੀ। ਇਥੋਂ ਸਿੱਧ ਕੀ ਹੁੰਦਾ ਵੀ ਸ਼ਾਇਦ ਉਹ ਭਿਖਾਰੀ ਵਾਲੀ ਹਾਲਤ ਆ, ਜਿਹੜੀ ਉਹ ਭਿਖਾਰੀ ਵਾਲਾ ਹਾਲ ਆ, ਉਹ ਸਾਡੇ ਸਮਾਜ ਦਾ ਹੈਗਾ। ਇਹ ਸੱਚਾ ਵੀ ਬੰਦਾ ਹਿੰਮਤ ਤੋਂ ਪਾਸੇ ਹੋ ਗਿਆ, ਉਦਮ ਤੋਂ, ਉਪਰਾਲੇ ਤੋਂ ਪਾਸੇ ਹੋ ਗਿਆ। ਤੇ ਗੁਰੂ ਸਾਹਿਬ ਨੇ ਜਿੰਨੀ ਕੋ ਗੱਲ ਕੀਤੀ ਹੈ ਨਾ ਬਾਣੀ ਦੇ ਵਿੱਚ, ਵੱਧ ਉਦਮ ਦੀ ਕੀਤੀ ਵੀ ਉਦਮ ਕਰ, ਉਦਮ ਕਰਿੰਦਿਆਂ ਜੀਓ। ਉਦਮ ਕਰ, ਕਿਰਤ ਕਰ, ਹਿੰਮਤ ਕਰ, ਹੌਸਲਾ ਰੱਖ, ਤੈਨੂੰ ਕੁਛ ਨਾ ਕੁਛ ਜ਼ਰੂਰ ਮਿਲੇਗਾ। ਬਸ ਇਵੇਂ ਜਿਵੇਂ ਅਸੀਂ ਸਾਰੀ ਉਮਰ, ਚਲੋ ਉਹ ਕਹਾਣੀ ਦੇ ਵਿੱਚੋਂ ਆਪਾਂ ਆਪਣੇ ਸਰੀਰ ਵੱਲ ਮੁੜਨਾਗਾ, ਆਪਣੇ ਮਨ ਵੱਲ ਮੁੜਨਾਗਾ। ਉਹ ਕਹਾਣੀ ਚਲੋ ਮਿਥਿਹਾਸਕਾ ਚਾਹੋ ਇਤਿਹਾਸਕਾ, ਸਾਨੂੰ ਉਹਦੇ ਨਾਲ ਮਤਲਬ ਨਹੀਂ, ਪਰ ਆਪਾਂ ਉਹਦੇ ਵਿੱਚੋਂ ਸਿੱਖਣਾ ਕੁਛ ਵੀ ਜੇ ਉਹ ਭਿਖਾਰੀ ਸਾਰੀ ਉਮਰ ਮੰਗਦਾ ਰਿਹਾ, ਹੇਠਾਂ ਖਜ਼ਾਨਾ ਨੱਪਿਆ ਹੋਇਆ ਸੀਗਾ, ਥੋੜੀ ਬਹੁਤੀ ਹਿੰਮਤ ਕਰਦਾ ਤਾਂ ਖਜ਼ਾਨੇ ਤੱਕ ਪਹੁੰਚ ਜਾਂਦਾ। ਪਰ ਸਾਡੀ ਵੀ ਜਿਹੜੀ ਅਵਸਥਾ, ਬਿਰਲਿਆਂ ਨੂੰ ਛੱਡ ਕੇ, ਗੁਰਮੁਖ ਰੂਹਾਂ ਨੂੰ ਛੱਡ ਕੇ, ਸ਼ਾਇਦ ਇਹੀ ਅਵਸਥਾ ਸਾਡੀ ਵੀ ਬੰਦਾ ਨਾ ਸਾਰੀ ਉਮਰ ਆਨੰਦ ਨੂੰ ਲੱਭਣ ਦੇ ਲਈ ਭੱਜਿਆ ਫਿਰਦਾਗਾ, ਆਨੰਦ ਨੂੰ ਲੱਭਣ ਦੇ ਲਈ, ਆਨੰਦ ਨੂੰ ਪਾਉਣ ਦੇ ਲਈ, ਆਨੰਦ, ਸ਼ਾਂਤੀ, ਸਕੂਨ ਕਹਿ ਲੋ, ਇਹਨੂੰ ਪਾਉਣ ਦੇ ਲਈ ਨਾ ਬੰਦਾ ਬਹੁਤ ਦੂਰ ਦੂਰ ਤੱਕ ਜਾਂਦਾ। ਕਿੰਨੇ ਕੁ ਦੂਰ ਤੱਕ ਪਤਾ ਹੀ ਨਹੀਂ ਬੰਦਾ ਕਿੱਥੋਂ ਤੱਕ ਜਾਂਦਾਗਾ। ਉਹ ਅੰਦਾਜ਼ਾ ਆਪਾਂ ਲਾ ਕੇ ਵੇਖ ਲਓ। ਘਰ ਦੇ ਵਿੱਚ ਭਾਵੇਂ ਮਾਫ ਕਰਨਾ ਆਟਾ ਨਾ ਹੋਵੇ, ਸਾਡੇ ਅੱਜ ਦੇ ਹਾਲਾਤ ਨੇ ਇਹ, ਪਰ ਬੰਦਾ ਹੀ ਕਹਿੰਦਾ ਮੈਂ ਫਲਾਣੇ ਬਾਬੇ ਦੀ ਸੁੱਖ ਦੇਣੀ ਆ। ਕਿਉਂ ਦੇਣੀ ਆ? ਕਹਿੰਦਾ ਆਨੰਦ ਸਹਿਜ ਟਿਕਾ ਮਿਲ ਜਾਵੇ, ਕਹਿੰਦਾ ਥੋੜਾ ਬਹੁਤਾ ਮੈਂ ਉਹਨੂੰ ਆ ਫਲਾਨੀ ਚੀਜ਼ ਦੇ ਕੇ ਆਉਣੀ ਹੈ, ਘਰੇ ਭਾਵੇਂ ਕੁਛ ਵੀ ਨਾ ਹੋਵੇ। ਪਰ ਗੁਰੂ ਦਾ ਸਿਧਾਂਤ ਨਹੀਂ ਹੈ। ਬੰਦਾ ਆਪਣੇ ਵੱਲੋਂ ਬਹੁਤ ਦੂਰ ਦੂਰ ਜਾਂਦਾ, ਪਰ ਕਿਤੋਂ ਆਨੰਦ ਨਹੀਂ ਮਿਲਿਆਗਾ। ਉਹ ਆਪਾਂ 2 ਪੁਆਇੰਟ ਲੈ ਲਏ, ਫਿਰ ਆਪਾਂ ਦੁਬਾਰਾ ਲੈ ਲਓ। ਆਨੰਦ ਆਨੰਦ ਸਭ ਕੋ ਕਹੈ,
आनंद गुरु ते जाणिया। बस केवल गुरु दे कोल ही आनंद है। गुरु ने साडे अंदर वाल ध्यान मराउणा। बंदे खोज दिल हर रोज ना फिर परेशानी माहे। असी आनंद की गल भी कर रहे हैं, पातशाह जी कहते फिर भी परेशान हाँ। इहदा मतलब साडा जिहड़ा ध्यान आपां पहलां सुन लिया भी जिहड़ा साडा ध्यान आ ना वो भाई खिंडिया होया हैगा। बस वो पदार्थवादी सोच दे नाल जुड़िया होया हैगा। पदार्थवादी मटीरीयल सिस्टम दे विचों चुकना पवेगा अपने आप नूं। देखो रहना उहदे विच ही आ, ये गल नहीं आपां कुछ नहीं वरतना। रुपये लीड़ा कपड़ा जमीन जायदाद जो भी नौकरी है धी पुत बच्चे बच्चियां सब दे विच रहना, सब चीज़ां वरतणियां ने। सब कुछ वो वाहिगुरू परमात्मा ने सानू वरतण दे लई दिता गा, पर इन्हां जरूर ध्यान रखना उहदे विच गुड़ना नहीं है। बस गुरु साहब आ दस देने गे उपर उपर रहना। जैसे जल में कमल नराल मुरगाई नैशान है। शब्द सुरत भव सागर तरीए नानक आख वखाण है। पातशाह जी कहते शब्द नाल जोड़ के अपनी सुरत नूं तारन दा यतन कर। इनू गल आ आनंद नूं प्राप्त करन दे लई। फिर आप दोबारा पंक्ति पढ़िए। पातशाह जी कहते भगता मन आनंद भया। भगतां दे अंदर भाई वो वाहिगुरू ने आनंद बख्श दिता है। भगता मन आनंद भया हर नाम रहे लिव लाए। परमात्मा दे नाल अपना ध्यान जोड़ के रखना है। हर नाम रहे लिव लाए। ते आपां दो गल्लां कीतियां सी आरंभता दे विच भी। एक आपां आनंद वेखना कित्थों मिलदा ते दूजी गल मिलदा किवें आ। हुण दोने गल्लां दा इथों तक पातशाह ने सानू जवाब दे दिता। आनंद मिलदा अंदरों आ, मिलदा गुरु की कृपा नाल। दो पॉइंट ने गे। मिलदा अंदरों आ, मिलदा गुरु की बख्शिश नाल है। मिलदा अंदरों आ पातशाह कहंदे मिलदा गुरु नाल मूल नाल जुड़ के है। मूल नालों टुट के साडे जीवन विच सोका पै जांदा गा। असीं सुक जाने कुमला जाने हाँ। पातशाह जी कहंदे फिर साडा जिहड़ा मन है ना गुरमुखे मन निर्मल भया। फिर गुरमुखां दा रब दे प्यारां दा मन है ना जिहड़ा भाई वो निर्मल हो जांदा, पवित्र हो जांदा गा। ते चेता रखियो जिहड़ी चीज़ दुनिया दे विच पवित्र होवे ना उहदा दुनिया दे विच मुੱਲ हुंदा गा, मैली चीज़ दा मुੱਲ नहीं हुंदा गा। जिहड़ी चीज़ पवित्र है उसे दा मुੱਲ आगा। आपां नूं सब नूं पता इस गल दा। कोई छोटी आ चाहे वड्डी आ, जिस चीज़ दे विच भी मैलापन, कपड़े दे विच दाग लग्या ना आपां खरीदांगे नहीं भाई ये तां तेरा कपड़ा दागी आ। किसी खाण वाली रसोई दे समान विच ना मैलापना दाग ने ते इस खरीदांगे नहीं। ते पातशाह जी कहंदे जिहड़ा साडा मन आ ना जदों ये दागी होया ते ये रब दी निगाह च गुरु दी निगाह दे विच भाई प्रवान नहीं होना। ये दागी नूं पातशाह खरीददा नहीं है। वो रब जी का भी सुभाव ना, क्योंकि असी उस तो पैदा हुए परमात्मा तो सानू मैली चीज़ पसंद नहीं। यदा मतलब की बन गया साडे बाप नूं भी पसंद नहीं। आपां आम ही कह दिंदे आ बच्चे का सुभाव भाई बिल्कुल अपनी माँ ते जां अपने प्यो ते हैगा। बच्चा ज्यों-ज्यों वड्डा हुंदा जांदा उहदा सुभाव प्रगट हुंदा जांदा गा। साडी ज्यों-ज्यों अवस्था वधदी जाऊगी सानू पता लगदा जाऊ साडा सबनां दा माँ प्यो एक है। सारिਆਂ ਦਾ ਇੱਕੋ ही माँ बाप आ ना। फिर साडे माँ बाप का जिहड़ा सुभाग आ पातशाह जी कहंदे ਉਹ बेदाग चीज़ पसंद करते हैं ते असीं दुनिया दे विच रहिंदे होइआं बेदाग वस्तुआं पसंद करते हाँ। इन्ना जरूर ध्यान मारना पऊ। जे साडा सुभाव साडे बाप साडे माँ नाल मिल गया, परमात्मा नाल मिल गया ना, ते साडा जे मन मैला होया ते वो वाहिगुरू ने सानू पसंद नहीं करना पाई। बस इन्नी कहानी है। फिर पातशाह जी कहते ना गुरमुखे मन निर्मल होआ निर्मल हर गुण गाए। निर्मल गुण गाउण दे नाल साडा जिहड़ा मन आ ना भाई वो निर्मल हो जाएगा। जीओ मैले बाहरों निर्मल है। किते ये कहानी ना बन जाए असी जिंद करके मैले होइए ते बाहरों असी निर्मल होइए। वो आपां आरंभ दे विच भी गल कीती है गुरु नूं बाहरी पसंद नहीं, गुरु नूं अंदरले तल ते रहत पसंद है, बेदाग जीवन पसंद है। फिर पातशाह जी कहंदे अपनी जड़ च पानी जरूर पाया कर तां तू हरा भरिया रह सके ते नहीं चेता रखी भागां वाले एक दिन तेरा जीवन आ ना जिहड़ा ये सुक जावेगा। शरीर नूं भोजन देणों बंद कर दो ते की होवेगा सुक जू है ना। आत्मा नूं गुरबाणी दा ज्ञान देणों हट जाओ तो आत्मा कुमला जो। ते जे आत्मा कुमला गई ना तो चेता रखियो फिर उसका हल किते नहीं। शरीर भुखा ना 2 4 10 महीना भुखा रह गया, डाउन पै गया, तो हुण की आ इनू डॉक्टर ने फिर सैट कर दिता।
ਸਰੀਰ ਦੀ ਰਿਪੇਅਰ ਕਰਨ ਵਾਸਤੇ ਸਾਡੇ ਸੰਸਾਰ ਵਿੱਚ ਵਰਕਸ਼ਾਪਾਂ ਬਹੁਤ ਨੇਗੀਆਂ, ਡਾਕਟਰਾਂ ਦੇ ਹਸਪਤਾਲ ਬੜੇ ਨੇਗੇ, ਉਹਦੀ ਦੁਬਾਰਾ ਸੈਟਿੰਗ ਹੋ ਗਈ। ਪਰ ਜੇ ਸਾਡੀ ਆਤਮਾ ਖੁਸ਼ਕ ਹੋ ਗਈ ਨਾ, ਸੁੱਕ ਗਈ, ਫਿਰ ਕਿਤੇ ਇਲਾਜ ਨਹੀਂ ਹੋਣਾ ਕੇਵਲ ਗੁਰੂ ਤੋਂ ਬਿਨਾ। ਫਿਰ ਗੁਰੂ ਹੀ ਹੈ ਜਿਹੜਾ ਸੁੱਕੇ ਹਰੇ ਕੀਏ ਖਿਨ ਮਾਹੇ, ਉਹ ਸੁੱਕੇ ਹੋਇਆਂ ਨੂੰ ਭਾਈ ਹਰੇ ਕਰ ਦਿੰਦਾ ਹੈ। ਪਰ ਆਪਾਂ ਸੁੱਕਣੀ ਨਾ ਦਿਓ ਆਪਣੇ ਆਪ ਨੂੰ, ਆਪਾਂ ਗੁਰੂ ਨਾਲ ਜੁੜ ਕੇ ਰਹੋ, ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਆਪਣੇ ਪਰਿਵਾਰ ਨੂੰ ਵੀ ਜੋੜ ਕੇ ਰੱਖੀਏ। ਜੇ ਆਪਣੇ ਮੂਲ ਨਾਲੋਂ ਟੁੱਟ ਗਏ, ਪਾਣੀ ਪਾਉਣਾ ਬੰਦ ਕਰ ਦਿੱਤਾ, ਆਪਣੀ ਆਤਮਾ ਨੂੰ ਖੁਰਾਕ ਦੇਣੀ ਬੰਦ ਕਰ ਦਿੱਤੀ, ਜੀਵਨ ਬਰਬਾਦ ਹੋ ਜਾਵੇਗਾ। ਕਹਿੰਦੇ ਨੇ ਇੱਕ ਭੈਣ ਜੀ ਆ, ਸਿਆਣੇ ਪਰਿਵਾਰ ਦੇ ਵਿੱਚ ਜੰਮੀ ਪਲੀ ਆ, ਉਹਨੂੰ ਬੂਟਿਆਂ ਦਾ ਲਾਉਣ ਦਾ ਬੜਾ ਸ਼ੌਂਕ ਆ। ਉਹਨੇ ਆਪਣੇ ਘਰ ਦੇ ਵਿੱਚ ਛੋਟੀ ਜਿਹੀ ਬਗੀਚੀ ਬਣਾਈ ਹੋਈ ਆ। ਰੱਬ ਦਾ ਸੁਭਾਅ ਰੋਜ਼ਾਨਾ ਦੀ ਕਿਰਿਆ ਮੁਤਾਬਕ ਉਹ ਦੇਖ ਰੇਖ ਕਰਦੀ ਹੈ, ਸਮੇਂ ਸਿਰ ਪਾਣੀ, ਸਮੇਂ ਸਿਰ ਉਹਨਾਂ ਨੂੰ ਜੋ ਚੀਜ਼ ਦੀ ਲੋੜ ਹੈ ਪੌਦਿਆਂ ਨੂੰ ਉਹ ਦੇ ਰਹੀ ਆ। ਇੱਕ ਦਿਨ ਕੁਦਰਤੀ ਤੌਰ ਤੇ ਬਿਮਾਰ ਹੋ ਗਈ। ਜਿੱਥੇ ਨੌਕਰ ਨਾ ਘਰ ਦਾ ਕੰਮ ਕਰਦਾਗਾ ਤੇ ਉਥੋਂ ਨਾਲ ਉਹਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਦੱਸ ਗਈ, ਕਹਿੰਦੀ ਬੇਟਾ ਮੇਰੀ ਬਗੀਚੀ ਦਾ ਧਿਆਨ ਰੱਖਣਾ, ਇਹਨੂੰ ਇਹ ਨਾ ਹੋਵੇ ਵੀ ਸੁੱਕ ਜਾਵੇ, ਕੁਮਲਾ ਜਾਵੇ, ਖਾਸ ਧਿਆਨ ਰੱਖਣਾ, ਪੂਰੀ ਫੁੱਲ ਦੇਖ ਰੇਖ ਕਰਨੀ ਆ। ਨੌਕਰ ਨੇ 7 ਵਚਨ ਕਹਿ ਕੇ ਗੱਲ ਸੁਣ ਲਈ, ਮੰਨ ਲਈ। ਕਹਿੰਦਾ ਠੀਕ ਆ ਜੀ, ਮੈਂ ਤੁਹਾਡੀ ਬਗੀਚੀ ਦੀ ਨਾ 100% ਦੇਖਭਾਲ ਕਰਾਂਗਾ, ਦੇਖ ਰੇਖ ਕਰਾਂਗਾ, ਇਹਨੂੰ ਮੈਂ ਡਾਊਨ ਨਹੀਂ ਪੈਣ ਦੇਵਾਂਗਾ। ਚਲੋ ਉਹਨੇ ਆਪਣੇ ਆਪ ਨੂੰ ਸੰਤੁਸ਼ਟ ਕਰ ਲਿਆ ਵੀ ਜਿਹਨੂੰ ਮੈਂ ਕਹਿ ਕੇ ਆਈ ਹਾਂ ਨਾ, ਉਹ ਕਦੇ ਵੀ ਉਸ ਬਗੀਚੀ ਦੇ ਵਿੱਚੋਂ ਪਾਸੇ ਨਹੀਂ ਜਾਵੇਗਾ ਤੇ ਉਹਦਾ ਧਿਆਨ ਰੱਖੇਗਾ। ਤੇ ਹੁਣ ਹੋਇਆ ਕੀ ਹੈ ਵੀ ਉਹ ਰੋਜ਼ਾਨਾ ਜਿਹੜਾ ਨੌਕਰ ਆ ਨਾ, ਜੜ 'ਚ ਪਾਣੀ ਪਾਉਣ ਦੀ ਬਜਾਏ ਦੇਖ ਰੇਖ ਕਰਦਾਗਾ, ਪੱਤੇ ਪੱਤੀਆਂ ਝਾੜਦਾ ਤੇ ਪਾਣੀ ਨਾਲ ਲੈ ਕੇ ਧੋ ਵੀ ਦਿੰਦਾਗਾ। ਹੁਣ ਉਹ ਭੈਣ ਮਹੀਨਾ, 1.5 ਮਹੀਨਾ, 2 ਮਹੀਨੇ ਹਸਪਤਾਲ ਵਿੱਚ ਦਾਖਲ ਰਹੀ ਤੇ ਉਹਨੇ ਟਾਈਮ ਤੱਕ ਸਾਰੀ ਉਹਦੀ ਬਗੀਚੀ ਨਾ, ਸਾਰੇ ਬੂਟੇ ਨੇ ਜਿਹੜੇ ਉਹ ਸੁੱਕ ਗਏ। ਪਰ ਕਾਰਨ ਕੀ ਬਣਿਆ ਸੁੱਕਣ ਦਾ? ਉਹਨਾਂ ਦੀ ਜੜ ਨੂੰ ਪਾਣੀ ਨਹੀਂ ਪਿਆਗਾ। ਪਰ ਜਿਹੜਾ ਉਹ ਦੇਖ ਰੇਖ ਕਰਨ ਵਾਲਾ ਨੌਕਰ ਸੀ ਨਾ, ਉਹ ਸੰਭਾਲ ਬਹੁਤ ਜ਼ਿਆਦਾ ਕਰ ਰਿਹਾ। ਇਸੀ ਗੱਲ ਨਹੀਂ ਵੀ ਸੰਭਾਲ ਨਹੀਂ ਕਰਦਾ, 100% ਉਹ ਸੰਭਾਲ ਕਰ ਰਿਹਾ ਹੈਗਾ। ਪਰ ਚੇਤਾ ਰੱਖਿਓ, ਉਹਨੇ ਪਾਣੀ ਨਹੀਂ ਮੂਲ 'ਚ ਪਾਇਆ, ਜੜ 'ਚ ਪਾਣੀ ਨਹੀਂ ਪਾਇਆਗਾ। ਉੱਪਰੋਂ ਰੋਜ਼ਾਨਾ ਝਾੜਦਾ, ਰੋਜ਼ਾਨਾ ਪੱਤੇ ਧੋ ਦਿੰਦਾਗਾ, ਟਹਿਣੀਆਂ ਧੋ ਦਿੰਦਾਗਾ, ਪਰ ਚੇਤਾ ਰੱਖਿਓ ਜੜ 'ਚ ਪਾਣੀ ਨਹੀਂ ਪਾਇਆ। ਜਿੰਨੀ ਉਹਨੂੰ ਖੁਰਾਕ ਦੀ ਲੋੜ ਸੀ ਉਹ ਖੁਰਾਕ ਨਹੀਂ ਦਿੱਤੀਗੀ। ਜਦੋਂ ਉਹਨੂੰ ਭੈਣ ਤੰਦਰੁਸਤ ਹੋ ਕੇ ਵਾਪਸ ਘਰ ਪਰਤੀ ਨਾ, ਆਉਂਦਿਆਂ ਹੈਰਾਨ ਰਹਿ ਗਈ। ਆਪਣੇ ਨੌਕਰ ਨੂੰ ਬੁਲਾਇਆ, ਕਹਿੰਦੀ ਤੈਨੂੰ ਮੈਂ ਕਿਹਾ ਸੀ ਵੀ ਬਾੜੀ ਦੀ ਸੰਭਾਲ ਕਰਨੀ ਆ, ਇਸ ਬਗੀਚੀ ਦੀ ਸੰਭਾਲ ਕਰਨੀ ਆ, ਕੀ ਤੂੰ ਧਿਆਨ ਨਹੀਂ ਦਿੱਤਾ? ਕਿਉਂ, ਕਿੱਥੇ ਰਹਾਂਗਾ? ਉਹ ਕਹਿੰਦਾ ਨਹੀਂ ਭੈਣ ਜੀ, ਮੈਂ ਹੁਣ ਤੱਕ ਤੁਹਾਡੀ ਬਗੀਚੀ ਦੀ ਸਾਂਭ ਸੰਭਾਲ ਕਰਦਾ ਰਹਾਂਗਾ। ਆ ਜਿਹਨੂੰ ਮਰਜ਼ੀ ਪੁੱਛ ਲਓ, ਮੈਂ ਪੂਰੀ ਫੁੱਲ ਕੇਅਰ ਕਰਦਾ ਰਹਾਂਗਾ। ਕਿਵੇਂ ਕਰਦਾ ਰਿਹਾ? ਜਦੋਂ ਪੁੱਛਿਆ ਨਾ, ਫਿਰ ਉਹਨੇ ਦੱਸੀ ਗੱਲ, ਰੋਜ਼ਾਨਾ ਮੈਂ ਪੱਤੇ ਝਾੜ ਕੇ ਜਾਂਦਾ ਸੀ, ਰੋਜ਼ਾਨਾ ਮੈਂ ਪੱਤੇ ਧੋ ਕੇ ਜਾਂਦਾ ਸੀ, ਰੋਜ਼ਾਨਾ ਮੈਂ ਆ ਕੇ ਨਿਗਾਹ ਮਾਰ ਕੇ ਜਾਂਦਾ ਸੀਗਾ, ਰੋਜ਼ਾਨਾ ਆਹ ਕੰਮ ਰੋਜ਼ ਕਰਦਾ ਸੀ ਮੈਂ। ਪਰ ਉਹ ਭੈਣ ਹੈਰਾਨ ਰਹਿ ਗਈ, ਕਹਿੰਦੀ ਕਮਲਿਆ, ਪੱਤੇ ਨਾ ਝਾੜਦਾ ਚੱਲ ਜਾਂਦਾ, ਪੱਤੇ ਨਾ ਧੋਂਦਾ ਨਾ, ਟਹਿਣੀਆਂ ਨਾ ਧੋਂਦਾ ਚੱਲ ਜਾਂਦਾ, ਕੁਛ ਨਹੀਂ ਸੀ ਹੁੰਦਾਗਾ। ਕਹਿੰਦਾ ਤੁਸੀਂ ਵੀ ਰੋਜ਼ ਧੋਂਦੇ ਸੀ? ਕਹਿੰਦਾ ਉਵੇਂ ਮੈਂ ਧੋਂਦਾ ਰਿਹਾ। ਕਹਿੰਦਾ ਪਰ ਕਹਿੰਦਾ ਤੁਸੀਂ ਜ਼ਿਆਦਾ ਪਾਣੀ ਧੋਂਦੇ ਸੀ, ਮੈਂ ਪੂਰੇ ਪਾਣੀ ਨਾਲ ਗਿੱਲਾ ਕੱਪੜਾ ਕਰਕੇ ਫੇਰਦਾ ਸੀ ਉੱਤੇ, ਪਰ ਮੈਂ ਜੜ 'ਚ ਪਾਣੀ ਨਹੀਂ ਪਾਇਆਗਾ। ਤੁਸੀਂ ਮੈਨੂੰ ਕਿਹਾ ਨਹੀਂ ਨਾ, ਤੁਸੀਂ ਕਿਹਾ ਸੀ ਵੀ ਸਾਂਭ ਸੰਭਾਲ ਰੱਖਣੀ ਆ, ਸਫਾਈ ਰੱਖਣੀ ਆ। ਕਹਿੰਦਾ ਇਹ ਕੰਮ ਮੈਂ ਫੁੱਲ ਕਰਦਾ ਰਹਾਂਗਾ। ਕਹਿੰਦੀ ਕਮਲਿਆ, ਜਿੰਨਾ ਟਾਈਮ ਜੜ 'ਚ ਨਹੀਂ ਪਾਣੀ ਪੈਂਦਾ ਨਾ, ਉਨਾ ਟਾਈਮ ਉਹ ਬਾਗ, ਉਹ ਬਗੀਚੀ ਹਰੀ ਨਹੀਂ ਰਹਿ ਸਕਦੀ। ਜਦੋਂ ਜੜ 'ਚ ਪਾਣੀ ਪਵੇਗਾ ਨਾ, ਫਿਰ ਉਹ ਬਾਗ, ਉਹ ਬਗੀਚੀ ਹਰੀ ਰਹਿ ਸਕਦੀ ਆ। ਸ਼ਾਇਦ ਸਾਡੀ ਕਹਾਣੀ ਹੈ ਇਹ, ਉਹ ਬਾਗ ਦੀ ਜਾਂ ਬਗੀਚੀ ਦੀ ਕਹਾਣੀ ਨਹੀਂ ਹੈ। ਇਹ ਕਹਾਣੀ ਸਾਡੀ ਆ। ਜਿਹੜਾ ਮੂਲ 'ਚ ਪਾਣੀ, ਵਾਹਿਗੁਰੂ ਭਲਾ ਕਰੇ, ਆਪਣੇ ਅੰਦਰ ਪਾਣੀ ਪਾਉਣਾ ਸੀ ਨਾ, ਮੂਲ ਤੋਂ ਪਾਣੀ ਲੈਣਾ ਸੀ, ਆਪਣੇ ਗੁਰੂ ਤੋਂ ਉਪਦੇਸ਼ ਲੈਣਾ ਸੀ, ਉਹ ਨਹੀਂ ਕੰਮ ਕੀਤਾ। ਬਾਕੀ ਸਾਂਭ ਸੰਭਾਲ ਪੂਰੀ ਫੁੱਲ ਕਰਤੀ। ਬਾਕੀ ਤਾਂ ਕਹਿੰਦੇ ਸਾਡਾ ਸੁਭਾਅ ਕੀ ਹੈ ਨਾ, ਅਸੀਂ ਕੀੜੀ ਚੁੰਝ ਦਾਣਾ ਨਹੀਂ ਜਾਣ ਦੇਵਾਂਗੇ। ਇਹ ਸਾਡੀ ਸੰਭਾਲ ਆ। ਇਹ ਮੁਆਫ ਕਰਨਾ, ਇਹ ਕੰਮ ਹਰ ਇੱਕ ਗੁਰਦੁਆਰੇ 'ਚ ਹੁੰਦਾਗਾ। ਇਹ ਨਹੀਂ ਹੈ ਵੀ ਕਿਸੇ 'ਚ ਨਹੀਂ ਹੁੰਦਾਗਾ, ਹਰ ਇੱਕ ਥਾਂ ਤੇ ਹੁੰਦਾਗਾ। ਪੱਤੇ ਧੋਤੇ ਜਾ ਰਹੇ ਨੇ, ਟਹਿਣੀਆਂ ਤੇ ਕੱਪੜਾ ਵੱਜ ਰਿਹਾਗਾ, ਸਾਂਭ ਸੰਭਾਲ ਕੀਤੀ ਜਾ ਰਹੀ ਆ। ਅੰਦਰੋਂ ਥੋਥੇ ਹੋ ਗਏ, ਕਾਰਨ ਆਨੰਦ ਭਾਲਦੇ ਆ।
आए की लैना, आनंद लैण वास्ते आ, सकून लैण वास्ते आ, अंदरों लैण की आए आ, कहते शांति लैण वास्ते। शांति मिलू किवें? पातशाह कहते कदे भी नहीं हो सकता। आखिरकार पुੱਤ अज नहीं कल, कल नहीं परसों, चौथे तक सुक जाएगा। जो तू सुक गया ना तो फिर इहदा हल कोई नहीं है। हल है दोबारा उसे पक्ष ते उसे स्टेज ते आना पवेगा। पर तू हुण उम्र करके वडेरा हो गया, उस स्टेज ते तू आ नहीं सकदा गा। ये तैनूं हुण संग लगन लग गई। कहंदा मैं हुण किवें जाके बैठा, कहंदा ये मैनूं संग लगदी हैगी, मैं हुण उत्थे जा नहीं सकदा जिथे मेरी जड़ च पानी पैना गा। इसे करके गुरु साहब ने कहा आनंद भया मेरी माए। अपना विषय आनंद नाल संबंधित है ना। केवल पत्ते धोण नाल आनंद नहीं मिलना, टहनियां धोण नाल आनंद नहीं। आनंद भया मेरी माए मिल गया। कदों मिलियागा? सतगुरु मैं पाया। पर सतगुरु की गल तां साडे ध्यान विच नहीं है। साडी कौम की शायद बर्बादी इन्हां गल्लां करके ही है। सो वाहिगुरू भला करे, तुसीं सारे समझदार सियाणे हो। साडे दिमाग ते ना वाधू दा बोझ आ जिहड़ा वो चुक्या गया, नजायज़ बोझ चुक्या गया, थोड़ा नहीं चुक्या गया। कोई ट्रेन च ना कहते सफ़र कर रहा सी, कहते उन्हें अपनी माफ़ करना, वो उदाहरण इस गल नूं समझण वास्ते फिर लैनी पवेगी। कहते जो ट्रेन के सफ़र कर रहा ना, कहते चैक करा गया, टिकटां चैक कर रहा है भी किने किने टिकट कटाई या नहीं कटाई। चलो अपने नाल भी कदे इदां दे हालात बने होणगे। कहते कोई वीर सी, उन्हें कहते अपनी टिकट तो कटाई हुई सी पर समान की टिकट नहीं कटाएगी, अपने वजन की भार की टिकट नहीं कटाएगी। उन्हें की किया, जो पता लगा भी चैक करा गया ना, उन्हें अपना जो समान सी कुछ मोढे च टंग लिया तो कुछ सिर ते धर लिया। सारे मुसाफिर देख के उन्होंने पुछते ने, कहते तू वजन क्यों अपने मोढे विच टंग लिया तो अपने सिर ते धर लिया? कहता इस करके मैं अपनी टिकट कटाई आ, अपने समान की टिकट नहीं कटाएगी। वो कहते कमलिया, समान नूं अपने मोढे च पाउण नाल अपने सिर ते धरन नाल ट्रेन नूं फर्क नहीं पैना। तू अपने सिर ते वाधू दा बोझ धर लिया, इहदा कोई मतलब नहीं है। भी भाव जो टिकटां चैक करन वाला चैकर आ वो तैनूं बख्श देवेगा, वो कदे भी नहीं बख्शेगा। क्यों? क्योंकि ट्रेन ते वजन तां उन्ना ही आ ना। माफ़ करना, ये गल की है साडे कोई फिर गल आ, साडे दिमाग ते इन्ना क वाधू वजन टिक गया, इन्ना क वाधू वजन टिक गया भी जो कुछ है मैं करके मेरे करके, बस इन्नी कहानी बन गई। वाधू का बोझ आ गुरु साहब कहते टिक गया। तां ही असीं आनंद तो भाई कोहां दूर चले गए। असीं आनंद दे नेड़े आउणा, आनंद प्राप्त करना, सकून लैना है, सहज की दात लैनी है, तां सानूं गुरु नाल जुड़ना पवेगा। आनंद भया पहली तुक है आनंद साहब की बाणी दी, भया मेरी माए सतगुरु मैं पाया। लास्ट की आ, आनंद सुन हो बड़ भागी हो, सगल मनोरथ पूरे। पूरे दे पूरे 40 पौड़ियां दे विच पातशाह ने बिंग टेढ़ पा के इधरों उधरों खब्बे सज्जों उदाहरणा दे दे के ना सानू आनंद की गल ही समझाई है। ते इत्थे भी गुरु साहब ने अज यही गल कीती है, भगता मन आनंद भया। अगे पातशाह जी जिक्र करते ने, हर नाम रहे लिव लाए, जिन्हां दी लिव जिन्हां दा ध्यान गुरु नाल जुड़ गया है भाई। फिर पातशाह के निर्मल गुण गावे, नाम मन बसाए, हर अमृत हर की अमृत बाणी, हरि परमात्मा दी अमृत बाणी गाया कर। फिर पातशाह कहते जिन मन बसया सी जन निस्तरे, जिन्हां ने अपने मन च बसा लिया वो तर गए। जन घट घट शब्द समाणी, वो वाहिगुरू परमात्मा हर एक शरीर दे विच वसदा पिया, पर उन्होंने अंदरों लभण की लोड़ है। किते भखारी वांग ना सारी उम्र खजाने ते बैठकी ना लंघा दईए, खजाने नूं फरोलण दा यतन भी करिए। वो सारी उम्र बेचारा मंगदा रहा पर अंदरों अपने खजाना फरोल नहीं सकिया। जिद्दे मर गया ना उद्दे पता लगे भी एडा वड्डा खजाने का मालक आ, भिखारी खजाने का मालक आ। इस करके गुरु साहब जी कहते फिर तेरे गुण गावे सह समावे, शब्दे मेल मिलाए। शब्द नाल मिल के ही असीं उस काल पुरख वाहिगुरू नूं समझ सकते हाँ। लास्ट विच मालक जी कहते नानक सफल जन्म तिन केरा, उन्हां दा जीवन उन्हां दा जन्म सफल है। तिन तिन उन्हां दा केरा किन्ना दा? पातशाह जी कहते जे सतगुर हर मार्ग पाए, जिहड़ा गुरु दे दसे मार्ग ते तुर पिया, जिहड़ा गुरु दसे मार्ग ते नहीं चलिया, उन्हां दे पातशाह जी कहते सफल जिंदगी नहीं, उन्हां दी असफल जिंदगी हुंदी है। सो इत्थों तक विचार करदिआं बड़ियां भुल्लां रह जांदियां ने। गुरु ते गुरु की संगत बख्शण योग है। सब दा धन्नवाद जी। वाहिगुरू जी का खालसा, वाहिगुरू जी की फतेह। राम कली।